हैगी ਉਹਦੇ ਵਾਸਤੇ ਸਾਨੂੰ ਅਰੇਂਜਮੈਂਟ ਕਰਨਾ ਪੈਂਦਾ ਸਟਾਰਟ ਕਰਾਉਣ ਲਈ। ਤਾਂ ਜਿਹੜਾ ਸਟਾਰਟਰ ਯੂਜ਼ ਹੁੰਦੇ ਆ ਡੀਸੀ ਮੋਟਰ ਦੇ ਵਿੱਚ ਅਲੱਗ-ਅਲੱਗ ਟਾਈਪ ਦੇ, ਤਾਂ ਉਹਨਾਂ ਦੇ ਲਈ ਅਸੀਂ ਅੱਜ ਸਟੱਡੀ ਕਰਾਂਗੇ, ਉਹਦੇ ਬਾਰੇ ਪੜਾਂਗੇ ਕਿ ਡੀਸੀ ਮੋਟਰਸ ਦੇ ਸਟਾਰਟਰਸ ਕਿਹੜੇ-ਕਿਹੜੇ ਨੇ, ਸਟਾਰਟਰ ਕਿਹੜੇ-ਕਿਹੜੇ ਹੈਗੇ ਆ ਜਿਹੜੇ ਇਹਨਾਂ ਦੇ ਲਈ ਅਸੀਂ ਯੂਜ਼ ਕਰਦੇ ਹਾਂ। ਜਿਵੇਂ ਸਟਾਰਟਰ ਤੋਂ ਹੀ ਨਾਮ ਆ ਜਾਂਦਾ ਕਿ ਸਟਾਰਟ ਕਰਨ ਵਾਲਾ, ਇਸ ਤਰ੍ਹਾਂ ਬਾਕਸ ਟਾਈਪ ਦਾ ਸਟਾਰਟਰ ਹੁੰਦਾ ਜਿਸ ਤਰ੍ਹਾਂ ਨਜ਼ਰ ਆ ਰਿਹਾ ਸਾਹਮਣੇ ਡੀਸੀ ਮੋਟਰ ਦੇ ਲਈ। ਔਰ ਅਲੱਗ-ਅਲੱਗ ਮੋਟਰ ਦੇ ਲਈ ਸਟਾਰਟਰ ਵੀ ਅਲੱਗ-ਅਲੱਗ ਯੂਜ਼ ਹੁੰਦੇ ਨੇ, ਜਿਸ ਤਰ੍ਹਾਂ 3 ਪੁਆਇੰਟ ਸਟਾਰਟਰ, 2 ਪੁਆਇੰਟ, 4 ਪੁਆਇੰਟ ਸਟਾਰਟਰ ਹੈਗੇ। ਤਾਂ ਅਸੀਂ ਸਭ ਤੋਂ ਪਹਿਲਾਂ ਜਿਹੜੀ ਇਸ ਦੇ ਬਾਰੇ ਗੱਲ ਕਰਾਂਗੇ ਕਿ ਡੀਸੀ ਮੋਟਰਸ ਨੂੰ ਚਲਾਉਣ ਵਾਸਤੇ ਸਟਾਰਟ ਕਰਨ ਲਈ ਸਟਾਰਟਰ ਦੀ ਲੋੜ ਕਿਉਂ ਪੈਂਦੀ ਹੈ, ਕਿਉਂ ਜ਼ਰੂਰਤ ਪੈਂਦੀ ਹੈ, ਨੀਡ ਆਫ ਸਟਾਰਟਰਸ ਇਨ ਡੀਸੀ ਮੋਟਰ। ਤਾਂ ਡੀਸੀ ਮੋਟਰ ਜਿਸ ਤਰ੍ਹਾਂ ਅਸੀਂ ਅਲੱਗ-ਅਲੱਗ ਟਾਈਪਸ ਦੀਆਂ ਲਾਸਟ ਲੈਕਚਰ ਦੇ ਵਿੱਚ ਪੜ੍ਹਿਆ ਸੀਗਾ, ਡੀਸੀ ਸ਼ੰਟ ਮੋਟਰ ਹੈਗੀ ਆ, ਡੀਸੀ ਸੀਰੀਜ਼ ਮੋਟਰ ਹੈਗੀ ਆ, ਡੀਸੀ ਕੰਪਾਊਂਡ ਮੋਟਰ ਹੈਗੀ ਆ। ਕੰਪਾਊਂਡ ਮੋਟਰ ਦੀਆਂ ਵੀ ਫਰਦਰ ਉਹਦੀਆਂ ਅਲੱਗ-ਅਲੱਗ ਟਾਈਪਸ ਆ ਜਾਂਦੀਆਂ ਨੇ, ਲੌਂਗ ਸ਼ੰਟ, ਸ਼ਾਰਟ ਸ਼ੰਟ, ਉਸ ਤੋਂ ਬਾਅਦ 'ਚ ਕਮੂਲੇਟਿਵ ਟਾਈਪ, ਡਿਫਰੈਂਸ਼ੀਅਲ ਟਾਈਪ। ਤਾਂ ਉਹਨਾਂ ਸਾਰੀਆਂ ਦੇ ਨਾਲ ਸਟਾਰਟਰ ਸਾਡਾ ਕੀ ਹੈ, ਸਟਾਰਟਿੰਗ 'ਚ ਜਿਹੜਾ ਲੱਗਦਾ ਉਹਨੂੰ ਸਟਾਰਟ ਕਰਨ ਲਈ। ਤਾਂ ਉਹਦੇ ਵਾਸਤੇ ਸਾਨੂੰ ਲੋੜ ਕਿਉਂ ਪੈਂਦੀ ਹੈ ਸਟਾਰਟਰ ਵਾਸਤੇ, ਤਾਂ ਉਹਦੇ ਵਿੱਚ ਅਸੀਂ ਜਿਹੜਾ ਹੈਗਾ ਐਟ ਦਾ ਸਟਾਰਟਿੰਗ, ਜਦੋਂ ਮੋਟਰ ਬਿਲਕੁਲ ਰੁਕੀ ਹੋਈ ਆ, ਅਸੀਂ ਸਟਾਰਟ ਕਰਨਾ ਹੈਗਾ। ਐਟ ਦਾ ਸਟਾਰਟਿੰਗ ਦਾ ਆਰਮੇਚਰ ਇਜ਼ ਸਟੇਸ਼ਨਰੀ। ਉਸ ਟਾਈਮ ਜਿਹੜਾ ਆਰਮੇਚਰ ਆ, ਜਿਹੜਾ ਉਹਦਾ ਰੋਟੇਟਿੰਗ ਪਾਰਟ ਹੈਗਾ, ਉਹ ਬਿਲਕੁਲ ਜਿਹੜਾ ਹੈਗਾ ਰੁਕਿਆ ਹੋਇਆ ਖੜਾ ਹੈਗਾ। ਸਿੰਸ ਬੈਕ EMF ਇਜ਼ ਪ੍ਰਪੋਰਸ਼ਨਲ ਟੂ ਸਪੀਡ, ਜਿਹੜੀ ਬੈਕ EMF ਹੁੰਦੀ ਹੈ ਉਹ ਸਪੀਡ ਦੇ ਡਾਇਰੈਕਟਲੀ ਪ੍ਰਪੋਰਸ਼ਨਲ ਹੁੰਦੀ ਹੈ। ਐਂਡ ਸਪੀਡ ਇਜ਼ ਜ਼ੀਰੋ, ਕਿਉਂਕਿ ਮੋਟਰ ਸਾਡੀ ਰੁਕੀ ਹੋਈ ਹੈ, ਆਰਮੇਚਰ ਰੁਕਿਆ ਹੋਇਆ, ਤਾਂ ਸਪੀਡ ਉਸ ਟਾਈਮ ਜ਼ੀਰੋ ਹੈ। ਸੋ ਬੈਕ EMF ਇਜ਼ ਆਲਸੋ ਜ਼ੀਰੋ, ਤਾਂ ਜਿਹੜੀ ਬੈਕ EMF ਵੀ ਉਸ ਟਾਈਮ ਜ਼ੀਰੋ ਹੋਏਗੀ। ਤਾਂ ਇਹਦਾ ਕੰਪਲੀਟ ਇਹ ਹੈ ਕਿ ਸਟਾਰਟਿੰਗ ਟਾਈਮ ਸਾਡੇ ਜਿਹੜੇ ਮੋਟਰ ਹੈਗੀ ਆ, ਚਾਹੇ ਉਹ ਸ਼ੰਟ ਮੋਟਰ ਹੈ, ਚਾਹੇ ਸੀਰੀਜ਼ ਹੈਗੀ ਆ, ਚਾਹੇ ਕੰਪਾਊਂਡ ਹੈ, ਤਾਂ ਉਹਦਾ ਆਰਮੇਚਰ ਸਟੇਸ਼ਨਰੀ ਹੈ, ਰੁਕਿਆ ਹੋਇਆ। ਤਾਂ ਜਦੋਂ ਰੁਕਿਆ ਹੋਇਆ ਤਾਂ ਉਸ ਟਾਈਮ ਜਿਹੜੀ ਸਪੀਡ ਹੈਗੀ ਸਾਡੀ ਜ਼ੀਰੋ ਹੈ, ਤਾਂ ਬੈਕ EMF ਵੀ ਉਸ ਟਾਈਮ ਜ਼ੀਰੋ ਦੀ ਪੋਜੀਸ਼ਨ 'ਚ ਹੀ ਹੋਏਗੀ, ਬੈਕ EMF ਬਿਲਕੁਲ ਨਹੀਂ ਹੋਏਗੀ। ਐਜ਼ ਦਾ ਆਰਮੇਚਰ ਰੈਜ਼ਿਸਟੈਂਸ ਇਜ਼ ਵੈਰੀ ਲੋ, ਜਿਵੇਂ ਅਸੀਂ ਲਾਸਟ ਪੜ੍ਹਿਆ ਸੀਗਾ, ਟੈਸਟਿੰਗ ਟਾਈਮ ਵੀ ਕੀਤਾ ਸੀਗਾ ਕਿ ਆਰਮੇਚਰ ਦੀ ਰੈਜ਼ਿਸਟੈਂਸ ਫੀਲਡ ਦੇ ਮੁਕਾਬਲੇ ਘੱਟ ਹੁੰਦੀ ਹੈ, ਬਹੁਤ ਘੱਟ ਰੱਖੀ ਹੁੰਦੀ ਹੈ। ਇਫ ਦਾ ਰੇਟਡ ਵੋਲਟੇਜ is applied to the armature, ਜੇ ਅਸੀਂ ਉਹਦੀ ਰੇਟਡ ਵੋਲਟੇਜ ਡਾਇਰੈਕਟ ਅਸੀਂ ਆਰਮੇਚਰ ਨੂੰ ਦੇ ਦਾਂਗੇ, it will draw many time of full load current, ਤਾਂ ਫੁੱਲ ਲੋਡ ਦੇ ਤੋਂ ਬਹੁਤ ਜ਼ਿਆਦਾ ਕਰੰਟ ਜਿਹੜਾ ਉਹ ਡਰਾ ਕਰੇਗਾ, ਲਵੇਗਾ। and thereby there is a very possibility of damaging the armature due to heavy starting current, ਤਾਂ ਉਸ ਸਮੇਂ ਇਹ ਸੰਭਾਵਨਾ ਹੈਗੀ ਆ, ਪੋਸੀਬਿਲਿਟੀ ਹੈਗੀ ਆ ਕਿ ਹੈਵੀ ਜਿਹੜਾ ਸਟਾਰਟਿੰਗ ਕਰੰਟ ਦੇ ਕਾਰਨ ਆਰਮੇਚਰ ਸਾਡਾ ਡੈਮੇਜ ਹੋ ਜਾਏਗਾ। ਕਿ ਆਰਮੇਚਰ ਦੀ ਰੈਜ਼ਿਸਟੈਂਸ ਸਟਾਰਟਿੰਗ ਜਿਹੜੀ ਹੈਗੀ ਆ ਉਹਦੀ ਬਹੁਤ ਜ਼ਿਆਦਾ ਲੋ ਹੈ। ਉਸ ਟਾਈਮ ਅਸੀਂ ਅਗਰ ਉਹਨੂੰ ਬੈਕ EMF ਬਿਲਕੁਲ ਨਹੀਂ ਹੈ, ਅਗਰ ਅਸੀਂ ਉਸਨੂੰ ਸਪਲਾਈ ਦੇ ਦਾਂਗੇ ਤਾਂ ਉਸ ਸਮੇਂ ਕੀ ਆ, ਆਰਮੇਚਰ ਬਹੁਤ ਜ਼ਿਆਦਾ ਕਰੰਟ ਜਿਹੜਾ ਲਾਈਨ ਤੋਂ ਲਏਗਾ ਕਿ ਆਰਮੇਚਰ ਜਲ ਜਾਏਗਾ। Therefore a starting current should be limited to safe value, ਤਾਂ ਅਸੀਂ ਜਿਹੜਾ ਸਟਾਰਟਿੰਗ ਕਰੰਟ ਆ ਉਹਨੂੰ ਅਸੀਂ ਸੇਫ ਵੈਲਿਊ ਤੱਕ ਉਹਨੂੰ ਰੋਕ ਸਕਦੇ ਹੈਗੇ। This is done by inserting a resistance in series with the armature at the time of starting with a period of 5 to 10 seconds, ਤਾਂ ਅਸੀਂ ਆਰਮੇਚਰ ਦੇ ਸੀਰੀਜ਼ ਦੇ ਵਿੱਚ ਰੈਜ਼ਿਸਟੈਂਸ ਇਨਸਰਟ ਕਰਕੇ ਉਹਦੇ ਵਿੱਚ ਐਡ ਕਰਕੇ ਤਾਂ ਸਟਾਰਟਿੰਗ ਟਾਈਮ 5 ਤੋਂ 10 ਸੈਕਿੰਡ ਦੇ ਵਿੱਚ ਅਸੀਂ ਇਸ ਚੀਜ਼ ਨੂੰ ਰੋਕ ਸਕਦੇ ਹਾਂ। ਜਿਹੜਾ ਕਰੰਟ ਜ਼ਿਆਦਾ ਉਹਨੂੰ ਅਸੀਂ ਇੱਕ ਲਿਮਿਟ ਤੇ ਰੋਕ ਸਕਦੇ ਹਾਂ। ਐਜ਼ ਦਾ ਮੋਟਰ ਗੇਨ ਅ ਸਪੀਡ, ਜਿਵੇਂ ਜਿਵੇਂ ਮੋਟਰ ਸਪੀਡ ਪਕੜੇਗੀ ਬੈਕ EMF ਬਿਲਟ ਅਪ, ਬੈਕ EMF ਬਣੇਗੀ ਐਂਡ ਦੈਨ ਦਾ ਸਟਾਰਟਿੰਗ ਰੈਜ਼ਿਸਟੈਂਸ ਕੁਡ ਬੀ ਗ੍ਰੈਜੂਅਲੀ ਕੱਟ ਆਫ। ਉਸ ਟਾਈਮ ਕੀ ਆ, ਸਟਾਰਟਿੰਗ ਰੈਜ਼ਿਸਟੈਂਸ ਨੂੰ ਅਸੀਂ ਬਿਲਕੁਲ ਕੱਟ ਦੇਵਾਂਗੇ। ਤਾਂ ਇਹਦੇ ਲਈ ਜੇ ਮੈਂ ਸੰਖੇਪ ਦੇ ਵਿੱਚ ਦੱਸਾਂ ਕਿ ਸਾਡਾ ਜਦੋਂ ਮੋਟਰ ਬਿਲਕੁਲ ਅਸੀਂ ਸਟਾਰਟ ਕਰਨ ਜਾ ਰਹੇ ਹੁੰਦੇ ਆ, ਤਾਂ ਸ਼ੰਟ ਮੋਟਰ ਦੇ ਵਿੱਚ ਅਸੀਂ ਐਗਜ਼ਾਮਪਲ ਲੈ ਲਈਏ ਤਾਂ ਫੀਲਡ ਵਾਈਂਡਿੰਗ ਦੀ ਜਿਹੜੀ ਰੈਜ਼ਿਸਟੈਂਸ ਹੈਗੀ ਆ ਉਹ ਬਹੁਤ ਜ਼ਿਆਦਾ ਹੁੰਦੀ ਹੈ।
और जदों कि आर्मेचर की रजिस्टेंस वैरी लो, बहुत घट होंदी है, 5 तो 10 ओम, 4 ओम, 5 ओम होंदी है और फील्ड की मैगा ओम च चली जाती है। तो इस टाइम जे असी डायरैक्ट उन्होंने सप्लाई के नाल जोड़ते हैं जिवें पैरलल दे विच जोड़ते हैं शंट नूं आर्मेचर के नाल, तो साडा की है करंट हमेशा लो रजिस्टेंस वाला पाथ लैंदा। तो उस टाइम आर्मेचर के अंदर कोई बैक ईएमएफ नहीं हैगी, तो उस टाइम आर्मेचर नूं वाली साइड करंट फ्लो करेगा और आर्मेचर बहुत ज़्यादा करंट लेगा तो आर्मेचर डैमेज हो जाएगा, सड़ जाएगा, ब्रश सड़ जाएंगे। तो इस चीज़ तो बचने लिए असीं की करते हैं, स्टार्टिंग टाइम आर्मेचर के सीरीज़ के विच रजिस्टेंस ऐड करते हैं। जिवें जिवें आर्मेचर रोटेट हुंदा उहदे विच ईएमएफ जनरेट हुंदी है, बैक ईएमएफ, तो वो की है अपोज करती है अपलाइड वोल्टेज नूं, ते दैन असीं हौली हौली जिहड़ी रजिस्टेंस नूं कट करते जाते हैं। तो एक लास्ट जो ऑन पोजीशन ते आके असीं बिल्कुल रजिस्टेंस नूं आर्मेचर के सीरीज़ चों कट दिंदे हैगे। तो हुण जिहड़ा ਇਹਦੇ ਵਿੱਚ ਇੱਕ वर्ड आया बार बार मैं बोलिया बैक ईएमएफ, बैक ईएमएफ। ਤਾਂ ਅਸੀਂ वैसे लास्ट ਲੈਕਚਰ ਦੇ ਵਿੱਚ ਪੜਿਆ ਸੀ, मैं फिर दोबारा रिपीट करदा कि बैक ईएमएफ ਹੁੰਦੀ ਕੀ ਹੈ ਜਿਹੜੀ ਅਸੀਂ ਆਰਮੇਚਰ 'ਚ बार-बार रिपीट कर रहे हैं। बैक ईएमएफ, ईएमएफ मींस इलेक्ट्रोमोटिव फोर्स। अगर व्हेन अ मोटर आर्मेचर रोटेट द कंडक्टर आल्सो रोटेट, ठीक है, ਜਦੋਂ ਸਾਡਾ ਆਰਮੇਚਰ ਫੀਲਡ ਦੇ ਵਿੱਚ, ਠੀਕ ਹੈ, ਰੋਟੇਟ ਹੁੰਦਾ ਤਾਂ ਉਹਦੇ ਕੰਡਕਟਰ ਵੀ ਰੋਟੇਟ ਹੁੰਦੇ ਹੈਗੇ ਐਂਡ ਹੈਂਸ ਕੱਟ ਦਾ ਫਲਕਸ। ਤਾਂ ਉਸ ਸਮੇਂ ਕੰਡਕਟਰ ਕੀ ਆ, ਫਲਕਸ ਨੂੰ ਕੱਟਦੇ ਵੀ ਆ। ਮੋਟਰ ਦੇ ਪ੍ਰਿੰਸੀਪਲ ਸਿਧਾਂਤ ਦੇ ਅਨੁਸਾਰ ਜਦੋਂ ਅਸੀਂ ਕਰੰਟ ਕੈਰਿੰਗ ਕੰਡਕਟਰ ਨੂੰ ਫੀਲਡ ਦੇ ਅੰਦਰ ਰੱਖਦੇ ਆ ਤਾਂ ਉਹਦੇ ਉੱਪਰ ਇੱਕ ਫੋਰਸ ਪੈਦਾ ਹੁੰਦੀ ਹੈ ਜਿਹੜੀ ਉਹਨੂੰ ਬਾਹਰ ਵੱਲ ਧੱਕਦੀ ਹੈ। ਇਸੇ ਸਿਧਾਂਤ ਤੇ ਸਾਡੀ ਮੋਟਰ ਚੱਲਦੀ ਹੈ। ਹੁਣ ਜਦੋਂ ਸਾਡੀ ਮੇਨ ਫੀਲਡ ਨੇ ਆਰਮੇਚਰ ਦੇ ਕੰਡਕਟਰ ਦੇ ਉੱਪਰ ਫੋਰਸ ਲਗਾਈ, ਉਹਨੂੰ ਬਾਹਰ ਨੂੰ ਧੱਕਿਆ, ਤਾਂ ਉਸ ਟਾਈਮ ਉਸ ਦੇ ਕੰਡਕਟਰ ਨੇ ਫਲਕਸ ਨੂੰ ਵੀ ਕੱਟ ਕੀਤਾ। ਜਦੋਂ ਫਲਕਸ ਨੂੰ ਕੱਟ ਕੀਤਾ ਤਾਂ ਅਕੋਰਡਿੰਗ ਟੂ ਲਾ ਆਫ ਇਲੈਕਟ੍ਰੋਮੈਗਨੈਟਿਕ ਇੰਡਕਸ਼ਨ EMF ਇਜ਼ ਇੰਡਿਊਸਡ ਇਨ them, ਠੀਕ ਹੈ। ਤਾਂ ਉਹਦੇ ਵਿੱਚ ਜਿਹੜੇ ਕੰਡਕਟਰਾਂ ਦੇ ਵਿੱਚ ਇਲੈਕਟ੍ਰੋਮੈਗਨੈਟਿਕ ਇੰਡਕਸ਼ਨ ਦੇ ਨਿਯਮ ਅਨੁਸਾਰ EMF ਜਨਰੇਟ ਹੋ ਗਈ, ਠੀਕ ਹੈ, whose direction as defined by Fleming right hand rule। ਤਾਂ ਜਿਹੜੇ ਉਹ ਪੈਦਾ ਹੋਈ ਹੈ EMF, ਉਹਨੂੰ ਅਸੀਂ ਫਲੈਮਿੰਗ ਰਾਈਟ ਹੈਂਡ ਰੂਲ ਦੀ ਹੈਲਪ ਨਾਲ ਅਸੀਂ ਚੈੱਕ ਕਰ ਸਕਦੇ ਹਾਂ। ਤਾਂ ਅਸੀਂ ਇਹ ਦੇਖਦੇ ਹਾਂ ਕਿ ਜਿਹੜੀ ਪੈਦਾ ਹੋਈ EMF ਹੈ ਕੰਡਕਟਰਾਂ ਵਿੱਚ, ਆਰਮੇਚਰ ਦੇ ਕੰਡਕਟਰ ਵਿੱਚ, ਉਹ ਅਪਲਾਈਡ ਵੋਲਟੇਜ ਤੋਂ opposite ਹੈਗੀ ਆ, opposite direction ਹੈ ਜਿਹੜੀ ਉਹਦੇ ਤੋਂ ਪੈਦਾ ਹੋਈ ਹੈ। So because of its opposition direction it is referred to a back EMF। ਉਸੇ ਦੇ ਆਧਾਰ ਤੇ ਅਸੀਂ ਉਸ ਨੂੰ ਜਿਹੜੀ ਪੈਦਾ ਹੋਈ EMF ਹੈ ਉਸ ਨੂੰ ਅਸੀਂ बैक EMF ਕਹਿ ਦਿੰਦੇ ਹਾਂ, बैक EMF, ਕਿਉਂਕਿ ਅਪਲਾਈਡ ਵੋਲਟੇਜ ਤੋਂ ਇਹ ਉਲਟ ਦਿਸ਼ਾ ਦੇ ਵਿੱਚ ਹੁੰਦੀ ਹੈ, ਉਹਨੂੰ ਅਪੋਜ਼ ਕਰਦੀ ਹੈ ਅਪਲਾਈਡ ਵੋਲਟੇਜ ਨੂੰ। ਤਾਂ ਇਹ ਤਕਰੀਬਨ ਅਪਲਾਈਡ ਵੋਲਟੇਜ ਦੇ ਨੀਅਰ ਅਬਾਊਟ 98%, 98% ਅਪਲਾਈ ਵੋਲਟੇਜ ਦੇ ਬਰਾਬਰ ਹੁੰਦੀ ਹੈ। तो उस टाइम मोटर की है जो बैक EMF पूरी कंप्लीट हो जाती है विदिन 10 तो 15 सैकेंड के विच, जो मोटर स्टार्ट हो जाती है तो बैक EMF तैयार हो जाती है। तो उस टाइम आर्मेचर पूरी सप्लाई नूं सहन दे योग हो जाता है। इस करके इसनूं असीं बैक EMF कहते हैं। सो असीं मोटर नूं, DC मोटर नूं चलाउण वास्ते अलग अलग असीं स्टार्टर यूज करते हैं। तो उहदियां जे टाइप्स की गल करिए तो उहदे विच 2 पॉइंट स्टार्टर, 3 पॉइंट स्टार्टर, 4 पॉइंट स्टार्टर, मेन साडे कोल 3 टाइप के स्टार्टर असीं यूज करते हैं DC मोटर नूं स्टार्ट करने लई, जिहदे विच 2 पॉइंट, 3 पॉइंट और 4 पॉइंट स्टार्टर। जे तुसीं इहदी जे बाहरों असीं नज़र देखांगे बॉक्स दे विच सानूं इक्को जिहे नज़र आउणगे। ਉਹਦੇ ਵਿੱਚ ਜੇ ਅਸੀਂ ਥੋੜੇ ਉਹਦੇ ਪੁਆਇੰਟ ਦੇਖੀਏ, ਜਿਸ ਤਰ੍ਹਾਂ 2 ਪੁਆਇੰਟ ਦੇ ਵਿੱਚ L ਔਰ A ਨਜ਼ਰ ਆ ਰਿਹਾ, 2 ਪੁਆਇੰਟ ਹੈਗੇ ਆ, 2 ਪੁਆਇੰਟ ਸਟਾਰਟਰ ਹੈ। 3 ਪੁਆਇੰਟ ਸਟਾਰਟਰ ਦੇ ਵਿੱਚ L A ਯਾਨੀ ਕਿ ਆਰਮੇਚਰ ਔਰ Z ਜਾਂ F ਸ਼ੋ ਕੀਤਾ ਹੁੰਦਾ ਫੀਲਡ ਲਈ, 3 ਪੁਆਇੰਟ ਨਜ਼ਰ ਆਉਂਦੇ ਆ, ਇਹ ਸਾਡਾ 3 ਪੁਆਇੰਟ ਸਟਾਰਟਰ ਹੈ। ਔਰ 4 ਪੁਆਇੰਟ ਸਟਾਰਟਰ ਦੇ ਵਿੱਚ L
प्लस और L माइनस यानी कि पॉजिटिव और नैगेटिव के दो टर्मिनल ने और उस तो नाल A और Z आ जाता साडा जिहड़ा आर्मेचर और फील्ड वाइंडिंग वास्ते असीं F भी शो करते हैं Z भी शो करते हैं फील्ड वास्ते। तो ये 4 पॉइंट आ। तो जिहड़े इन्हां दे टर्मिनल्स ने पॉइंट्स ने जिहड़े असीं कनैक्ट करते इन्हां दे कनैक्शन करते हैं उन्हां दे आधार ते इन्हां स्टार्टर दा नेम रखिया होया 2 पॉइंट 3 पॉइंट और 4 पॉइंट। हुण असीं इन्हां दे बारे गल करांगे कि साडे जिहड़े स्टार्टर्स ने ओह वर्क किस तरह करते हैं वर्क किस तरह करते हैं किस किस मोटर नूं किहड़ा किहड़ा स्टार्टर लगाया जाता है। सब तो पहला हैगा 3 पॉइंट स्टार्टर। असीं 3 पॉइंट स्टार्टर की गल करते हैं सीरीज दे विच साडे कोल 2 3 4 सीगे क्योंकि ज़्यादा मोस्टली साडा यूज हुंदा 3 पॉइंट स्टार्टर। उस सब तो पहला 3 पॉइंट स्टार्टर की गल करते हैं। तो जिहड़ा 3 पॉइंट स्टार्टर हैगा वो असीं यूज करते हैं डीसी शंट मोटर और कंपाउंड मोटर इन्हां वास्ते असीं यूज करते हैं। और जदों असीं इस दा कवर नूं असीं ओपन करांगे हैंडल इहदा ऑपरेटेड है, ये वाला असीं ऑपरेट करते हैं हैंडल नाल। तो जदों असीं कवर खोलांगे तो सानू फेस प्लेट जिहड़ी फ्रंट ते नज़र आएगी कवर खोलते सार। तो इहदे अंदर सानू इस तरह का व्यू नज़र आएगा जिस दे विच हैंडल नज़र आ रहा, स्टड नज़र आ रहे हैं, ब्रास के स्टड ने जिहड़े कनैक्ट करते हैं। इन्हां दे नीचे टैपिंग निकाली हुई है, वेरीएबल रजिस्टेंस तैयार की है, रियोस्टैट तैयार किया होया है। यूरेका वायर होंदी है जिहड़ी असीं रजिस्टेंस के तौर पर यूज करते हैं। और नो वोल्ट कोयल जिहड़ी होल्डिंग कोयल आ जाती है, जिहड़ी हैंडल नूं होल्ड करती हैगी है। और लैफ्ट साइड ते साडे हैगी आ ओवरलोड कोयल हैगी आ जिहड़ी ओवरलोडिंग टाइम इनू ट्रिप करा दिंदी है स्टार्टर नूं। और नीचे 3 पॉइंट नज़र आ रहे हैं L A और F लाइन आर्मेचर और फील्ड जिहड़े असीं कनैक्ट करते हैं। तो हुण इस ते की हैगा जदों असीं इहनूं मोटर नाल कनैक्ट करना है, वैसे तो उन्होंने शो किया होया कि साडा L A और F पॉइंट हैगा, पर सानू की है पहले टेस्ट कर लेना चाहिए क्योंकि कई बार कोई स्लिप चेंज हो जाती है, उपर जिहड़ा मार्क किया होया वो मिट जाता है। तो सानू क्लीयर हो जाए कि असीं किहड़ा पॉइंट किस पॉइंट दे नाल जोड़ना मोटर नाल जदों कनैक्ट करना। तो उहदा कुछ मैं तुहानू 3 अलग अलग हैगे टेस्टिंग हैगियां वो दिखाना। Testing of 3 point starter terminals। 3 point starter ਦੇ ਵਿੱਚ जिस तरह ਸਾਡਾ हैंडल हैगा ऑफ पोजीशन ਤੇ है, ਉਸ ਤੋਂ ਨੈਕਸਟ ਜਿਹੜੇ ਅਸੀਂ ਪਲੇਟ ਦੇ ਉੱਪਰ ਸਟੱਡ ਦੇਖੇ ਸੀਗੇ ਉਹ ਉੱਪਰ ਸ਼ੋ ਕੀਤੇ ਹੋਏ ਆ ਔਰ ਉਸ ਤੋਂ ਉੱਪਰ ਵੇਰੀਏਬਲ ਰੈਜ਼ਿਸਟੈਂਸ ਅਸੀਂ ਬਣਾਈ ਹੋਈ ਹੈ। ਯੂਰੇਕਾ ਵਾਇਰ ਉਹਦੀਆਂ ਟੈਪਿੰਗ ਨਿਕਾਲੀਆਂ ਹਰੇਕ ਸਟੱਡ ਦੇ ਨਾਲ ਤੇ ਔਨ ਪੋਜੀਸ਼ਨ ਤੱਕ ਅਸੀਂ ਲੈ ਕੇ ਆਉਨੇ ਆ। ओवरलोड कोयल तो जो असी लाइन टर्मिनल चैक करना L टर्मिनल जिसनों असी सप्लाई देनी है, साडे कोल DC दे विच 2 वायर हुंदियां ने पॉजिटिव और नैगेटिव, 2 वायर हुंदियां ने सप्लाई दे साडे कोल पॉजिटिव और नैगेटिव। तो असी जिहड़ी नैगेटिव वायर हैगी वो मोटर दे 2 टर्मिनल एक आर्मेचर और एक फील्ड दा शॉर्ट करके नैगेटिव उधर लगा दिंदे और जिहड़ी पॉजिटिव वायर असी L पॉइंट ते लगाउणे आ स्टार्टर दे L पॉइंट ते। ठीक है जी। और जदों असीं इसनूं चैक करना कि साडा L पॉइंट तिन्नां दे विचों किहड़ा पॉइंट हैगा तां असीं सीरीज लैंप दी सहायता नाल एक वायर नूं असीं तीनों टर्मिनलां ते लगा के देखांगे। तीनों टर्मिनल्स जिहड़े हैगे आ L A और जिहड़ा Z हैगा और एक असीं वायर लगावांगे हैंडल दे उपर, हैंडल नाल लगावांगे क्योंकि हैंडल ऑफ पोजीशन ते आ, वो किसी नाल कनैक्ट नहीं हैगा, कोई इलैक्ट्रिकली उहदा कोई लिंक नहीं हैगा। तो हैंडल वो ऑफ पोजीशन ते है तो असीं वायर उस जगह ते लगावांगे दूसरी। और तीनों टर्मिनल्स दे विचों जिस जगह ते सानू लैंप ब्राइट मिलदा तो उत्थे असीं L पॉइंट कहांगे
क्योंकि दूसरे ए और जेड का ये कोई कनैक्शन नहीं है, ठीक है। और ब्राइट इस करके चलेगा क्योंकि हैंडल मैटेलिक हैगा और ओवरलोड जी साडी कोयल आ, ओवरलोड जी रिले कोयल हैगी आ, उहदी रजिस्टेंस बहुत घट होंदी है और उहदे विच रजिस्टेंस घट होने करके साडा लैंप की है ब्राइट चलेगा। इस तरह असीं एल टर्मिनल फाइंड आउट करते हैं। उस तो नैक्सट साडा हैगा आर्मेचर का जोड़ा पॉइंट है, जोड़ा असीं मोटर का आर्मेचर नाल वायर नूं कनैक्ट करना हैगा। तो उस टाइम असीं की करांगे, हैंडल नूं असीं यानी कि ऑन पोजीशन ते ले जाना हुंदा लास्ट ते। तो लास्ट ते की हुंदा, साडी पूरी रजिस्टेंस जिहड़ी आ ओह कट जांदी है, पूरी रजिस्टेंस जिहड़ी आ ओह कट जांदी है। आर्मेचर डायरैक्ट सप्लाई दे नाल कनैक्ट हो जांदा। तो असीं उस वेले की करना, एक जिहड़ी वायर आ साडी सीरीज लैंप दी, वो असीं लास्ट जिहड़ा स्टड हैगा, लास्ट टर्मिनल हैगा उपर रजिस्टेंस का राइट साइड ते जिथे ऑन पोजीशन हैगी उस जगह ते लगावांगे। ते दूसरी वायर असीं अलग अलग टर्मिनल्स के उपर लगावांगे, एल जैड और ए दे उपर लगा के देखांगे जिस पॉइंट के उपर सानू वो ब्राइट चल रहा, ब्राइट लाइट यानी कि चमक मिल रही हैगी आ, क्योंकि वो डायरैक्ट लैंप चल रहा साडा। जे असीं इत्थों डायग्राम तो देखिए तो वो ऑन पोजीशन ते डायरैक्ट साडी ए वाली पॉइंट दे नाल जुड़िया, तो सानू ब्राइट जिहड़ी लाइट मिलेगी, रोशनी लाइट मिलेगी, तो साडा ए आर्मेचर का टर्मिनल मिल जाएगा। और लास्ट इस स्टार्टर की जी टैसटिंग हैगी वो जैड पॉइंट है, जोड़ा असी एफ भी शो कर देंगे, जो फील्ड वाइंडिंग के नाल जुड़ना होंगे इसने। तो ये असी जी हैगी जी लैंप की वायर, सीरीज लैंप की वायर ऑन पोजीशन जिते पहले रखी सी उत्थे लगावांगे, और दूसरी वायर असी अलग अलग एल जैड ए दे उपर लगा के देखांगे। तो जिस पॉइंट के उपर सानू की है, अगर असी आर्मेचर ते सानू ब्राइट चलेगा, लाइट जी फुल मिलेगी, और जैड वाले ते डिम मिलेगी लाइट, जिथे लाइट घट जाएगी लैंप की, वो साडा की है फील्ड का होएगा। एल वाले ते बिल्कुल शो ही नहीं करेगा कुछ भी लाइट। ये अजिहा होएगा क्योंकि जे आपां इहदी सर्किट नूं कंप्लीट करके देखिए तो लैंप तो जिथे असीं ऑन ते पॉइंट ते लगाया, वायर लगाई है, तो पूरी रजिस्टेंस स्टार्टर की तो घूम के वो नो वोल्ट कोयल और फिर जेड पॉइंट ते आएगा। तो ये की है साडी जिहड़ी पूरी रजिस्टेंस अंदर ऐड हो गई है लैंप के सीरीज और नो वोल्ट कोयल होगी, तो इस करके रजिस्टेंस वध जाण करके लैंप साडा डिम चलेगा, और ए वाले पॉइंट ते साडा जिहड़ा आर्मेचर ते फुल चलेगा। तो असीं जिथे फुल लाइट मिल रही है वो साडा आर्मेचर का पॉइंट है, जिथे लाइट डिम मिल रही है जदों जिस टर्मिनल से वो साडा फील्ड का टर्मिनल है। इस तरह असीं तीनों टर्मिनल फाइंड आउट करते हैं स्टार्टर के। तो इस तो नैक्सट साडी डायग्राम कंप्लीट आ जाती है कि जदों असीं टर्मिनल फाइंड आउट कर लैंदे आ तो उहनूं असीं मोटर दे नाल किस तरह कनैक्ट करते हैगे 3 पॉइंट स्टार्टर नूं। जिस तरह मैं पहला दस्सिया सी कि साडी जिहड़ी सप्लाई हैगी आ ਉਹਦੀਆਂ दो वायर ने पॉजिटिव और नैगेटिव ਨੂੰ ਅਸੀਂ मोटर ਦੇ ਜਿਹੜਾ टर्मिनल हैगा A2 और F2 यानी कि एक शंट फील्ड ਦਾ और एक आर्मेचर ਦਾ ਜਿਹੜਾ दोनों कनैक्ट ਕੀਤੇ ਆ पॉइंट ਉਹਨਾਂ ਦੇ ਨਾਲ ਅਸੀਂ ਨੈਗੇਟਿव जोड़ ਦਿੱਤਾ। और ਜਿਹੜੀ पॉजिटिव वायर है साडी पॉजिटिव वायर ਨੂੰ ਅਸੀਂ L पॉइंट ਤੇ लगा ਦਿੱਤਾ स्टार्टर ਦੇ, जिस तरह ਅਸੀਂ पॉजिटिव ਦਿੰਦੇ ਆ। और L पॉइंट ਤੋਂ ਜਿਹੜੀ ਸਾਡੀ सप्लाई हैगी आ ਇਹ ਸਾਡੀ ओवरलोड कोयल के थ्रू साडे हैंडल तक पहुँच जाती है। हैंडल साडा ऑफ पोजीशन ते है, और जदों असीं ऑफ पोजीशन तो पहले पॉइंट ते लैके जाने आ फर्स्ट पॉइंट ते, तो उस टाइम की है करंट दे साडे दो रास्ते बन जाते हैं। एक रजिस्टेंस के थ्रू वो कंप्लीट हुंदा आर्मेचर नूं, और दूसरा ਉਹਦੇ ਉੱਪਰ वायर लगाई हुई है ਉਹਦੇ तो डायरैक्ट साडा आके नो वोल्ट कोयल के थ्रू फील्ड नाल जुड़ जाता, फील्ड वाइंडिंग नाल। तो दो साडे करंट के रास्ते इत्थे बन जाते हैं। तो उस टाइम की है जदों पहले पॉइंट ते असीं लैके जाने आ तो उत्थों जिहड़ी रजिस्टेंस पूरी ऐड हो जाती है, तो आर्मेचर जिहड़ा साडा की है थोड़ा स्लो स्पीड ते घूमना शुरू हुंदा पहले ते। तो जदों साडे आर्मेचर ने फील्ड वाइंडिंग च घूमना स्टार्ट किया, उसे टाइम की है वो बैक EMF जनरेट होनी शुरू हो गई नाल दी नाल।
ਤਾਂ ਜਦੋਂ ਅਸੀਂ 1 ਤੋਂ 2 ਫਿਰ 3 ਫਿਰ 4 ਪੋਜੀਸ਼ਨ ਤੇ ਲੈ ਕੇ ਜਾਂਦੇ ਹਾਂ ਤਾਂ ਉਹਨੇ ਟਾਈਮ ਦੇ ਵਿੱਚ ਮੋਟਰ ਦੇ ਵਿੱਚ ਪੂਰੀ ਤਰ੍ਹਾਂ ਬੈਕ EMF ਜਿਹੜੀ ਹੈ ਉਹ ਜਨਰੇਟ ਹੋ ਜਾਂਦੀ ਹੈ। ਜਿਸ ਤਰ੍ਹਾਂ ਮੈਂ ਪਹਿਲੇ ਦੱਸਿਆ ਸੀ ਕਿ ਤਕਰੀਬਨ 98% ਜਿਹੜੀ ਸਾਡੀ ਅਪਲਾਈਡ ਵੋਲਟੇਜ ਦਾ ਬੈਕ EMF ਪੈਦਾ ਹੋ ਜਾਂਦੀ ਆ, ਔਰ ਉਹ ਪੂਰੀ ਵੋਲਟੇਜ ਜਿਹੜੀ 2% ਰਹਿ ਗਈ ਉਹ ਆਰਮੇਚਰ ਉਸਨੂੰ ਸੰਭਾਲ ਸਕਦਾ ਹੈ। ਤਾਂ ਇਸ ਤਰ੍ਹਾਂ ਅਸੀਂ ਸਟੈਪ ਵਾਈਜ਼ ਆ ਕੇ ਰਨ ਪੋਜੀਸ਼ਨ ਤੇ ਜਿਹੜੀ 5th ਤੋਂ 6th ਪੋਜੀਸ਼ਨ ਹੈਗੀ ਆ ਉਸ ਤੇ ਅਸੀਂ ਹੈਂਡਲ ਨੂੰ ਲੈ ਜਾਂਦੇ ਹਾਂ, ਔਰ ਉਸ ਜਗ੍ਹਾ ਦੇ ਉੱਪਰ ਜਿਹੜੀ ਸਾਡੀ 9 ਵੋਲਟ ਕੋਇਲ ਆ, ਹੋਲਡਿੰਗ ਕੋਇਲ HC ਲਿਖਿਆ ਹੋਇਆ, ਉਹ ਹੈਂਡਲ ਨੂੰ ਪਕੜ ਲੈਂਦੀ ਆ, ਉਹਨੂੰ ਰੋਕ ਲੈਂਦੀ ਹੈਗੀ ਆ ਉਹਦੇ ਨਾਲ, ਕਿਉਂਕਿ ਇਲੈਕਟ੍ਰੋਮੈਗਨੇਟ ਬਣ ਗਿਆ। ਤਾਂ ਜਿਹੜੀ ਇਹ ਹੋਲਡਿੰਗ ਕੋਇਲ ਹੈਗੀ ਆ ਉਹ ਕੋਇਲ ਸਾਡੀ ਕੋਇਲ ਦੇ ਥਰੂ ਸਾਡੀ ਫੀਲਡ ਵਾਈਂਡਿੰਗ ਨਾਲ ਜੁੜੀ ਹੈ, ਫੀਲਡ ਵਾਈਂਡਿੰਗ ਨਾਲ। ਤਾਂ ਇਸ ਟਾਈਮ ਅਸੀਂ ਹੈਂਡਲ ਨੂੰ ਛੱਡ ਦਿੰਦੇ ਹਾਂ, ਜਿਹੜੀ ਹੋਲਡਿੰਗ ਕੋਇਲ ਆ 9 ਵੋਲਟ ਕੋਇਲ ਆ ਹੈਂਡਲ ਨੂੰ ਪਕੜ ਲੈਂਦੀ ਹੈ ਤੇ ਮੋਟਰ ਸਾਡੀ ਨਾਰਮਲ ਸਪੀਡ ਤੇ ਚੱਲ ਪੈਂਦੀ ਹੈਗੀ ਹੈ। ਹੁਣ ਇਹਦੇ ਵਿੱਚ ਇਸ ਟਾਈਮ ਜੇਕਰ ਮੋਟਰ ਓਵਰਲੋਡ ਹੋ ਗਈ ਜਾਂ ਸਪਲਾਈ ਚਲੀ ਗਈ ਤਾਂ ਜਿਹੜੀ ਸਾਡੀ ਹੋਲਡਿੰਗ ਕੋਇਲ ਹੈਗੀ ਆ ਉਹ ਡੀਮੈਗਨੇਟਾਈਜ਼ ਹੋ ਜਾਏਗੀ, ਔਰ ਹੈਂਡਲ ਸਾਡੇ ਜਿਸ ਦੇ ਨਾਲ ਸਪਰਿੰਗ ਲੱਗਿਆ ਹੋਇਆ, ਹੈਂਡਲ ਦੇ ਨਾਲ ਸਪਰਿੰਗ ਲੱਗਿਆ ਹੋਇਆ, ਤਾਂ ਹੈਂਡਲ ਨੂੰ ਉਹ ਵਾਪਸ ਆਫ ਪੋਜੀਸ਼ਨ ਤੇ ਲੈ ਆਵੇਗਾ। ਔਰ ਅਗਰ ਸਾਡੀ ਓਵਰਲੋਡ ਹੋ ਗਈ ਮੋਟਰ ਤਾਂ ਉਹ ਕਰੰਟ ਜ਼ਿਆਦਾ ਲਏਗੀ। ਤਾਂ ਜਿਹੜੀ ਓਵਰਲੋਡ ਰਿਲੇ ਹੈਗੀ ਆ, ਓਵਰਲੋਡ ਰਿਲੇ ਹੈ ਤਾਂ ਉਹ ਕੀ ਹੈ, ਮੈਗਨੇਟਾਈਜ਼ ਹੋਏਗੀ। ਜਿਹੜੀ ਓਵਰਲੋਡ ਰਿਲੇ ਹੈਗੀ ਆ ਇਹ ਮੈਗਨੇਟਾਈਜ਼ ਹੋ ਜਾਏਗੀ, ਤਾਂ ਉਹਨੇ ਜਿਹੜਾ ਨੀਚੇ ਲੀਵਰ ਹੈਗਾ, ਲੀਵਰ ਨੂੰ ਉਹਨੇ ਆਪਣੇ ਵੱਲ ਖਿੱਚ ਲੈਣਾ। ਜਦੋਂ ਮੈਗਨੇਟਾਈਜ਼ ਹੋਏਗੀ, ਕਰੰਟ ਜਿਹੜੀ ਉਹਦੀ ਲਿਮਟ ਤੋਂ ਜ਼ਿਆਦਾ ਵਧੇਗਾ ਤਾਂ ਉਹਨੇ ਮੈਗਨੇਟਾਈਜ਼ ਹੋਣਾ ਤੇ ਲੀਵਰ ਨੂੰ ਆਪਣੇ ਵੱਲ ਖਿੱਚ ਲੈਣਾ। ਤਾਂ ਜਦੋਂ ਇਹ ਖਿੱਚੇਗੀ ਤਾਂ ਸਾਡੀ 9 ਵੋਲਟ ਕੋਇਲ ਦੇ ਦੋਨੋਂ ਪੁਆਇੰਟ ਸਾਡੇ ਸ਼ਾਰਟ ਹੋ ਜਾਣਗੇ। 9 ਵੋਲਟ ਕੋਇਲ ਦੇ ਦੋਨੋਂ ਪੁਆਇੰਟ ਸ਼ਾਰਟ ਹੋ ਜਾਣਗੇ। ਸ਼ਾਰਟ ਹੋਣ ਨਾਲ ਜਿਹੜੀ ਸਾਡੇ ਹੋਲਡਿੰਗ ਕੋਇਲ ਸੀਗੀ ਉਹ ਡੀਮੈਗਨੇਟਾਈਜ਼ ਹੋਏਗੀ ਔਰ ਹੈਂਡਲ ਨੂੰ ਛੱਡ ਦੇਗੀ ਤੇ ਦੁਬਾਰਾ ਤੋਂ ਫਿਰ ਸਾਡੀ ਮੋਟਰ ਆਫ ਹੋ ਜਾਏਗੀ। ਇਸ ਤਰ੍ਹਾਂ ਸਾਡੀ ਜਿਹੜੀ ਇਹ ਮੋਟਰ ਹੈਗੀ ਆ ਉਹਦੀ ਪ੍ਰੋਟੈਕਸ਼ਨ ਵਾਸਤੇ ਹੈ। ਮੋਟਰ ਦੀ ਸਟਾਰਟਿੰਗ ਦੇ ਨਾਲ ਨਾਲ ਪ੍ਰੋਟੈਕਸ਼ਨ ਵੀ ਹੈਗੀ ਹੈ ਕਿ ਓਵਰਲੋਡਿੰਗ ਟਾਈਮ ਜਾਂ ਸਪਲਾਈ ਜਾਣ ਤੋਂ ਬਾਅਦ ਇਹ ਆਫ ਪੋਜੀਸ਼ਨ ਦੇ ਉੱਪਰ ਲੈ ਕੇ ਆ ਜਾਂਦੀ। ਤਾਂ ਇਹ ਵਾਲੇ ਜਿਹੜੇ ਸਟਾਰਟਰ ਹੈਗੇ ਆ 3 ਪੁਆਇੰਟ ਸਟਾਰਟਰ, ਇਹ ਸਾਡਾ ਸ਼ੰਟ ਮੋਟਰ ਔਰ ਕੰਪਾਊਂਡ ਮੋਟਰ ਲਈ ਯੂਜ਼ ਹੁੰਦੇ ਆ। ਸ਼ੰਟ ਮੋਟਰ ਔਰ ਕੰਪਾਊਂਡ ਮੋਟਰ ਜਿੱਥੇ ਸਾਡੀ ਫਿਕਸ ਸਪੀਡ ਹੈ, ਜਿੱਥੇ ਸਾਨੂੰ ਲੋਡ ਨਹੀਂ ਵੇਰੀਏਸ਼ਨ ਕਰਨ ਦੀ ਸਪੀਡ, ਕਿਉਂਕਿ ਡੀਸੀ ਮੋਟਰ ਪਹਿਲੇ ਜਿੱਥੇ ਯੂਜ਼ ਕੀਤੀ ਜਾਂਦੀ ਸੀ, ਕਿਉਂਕਿ ਇਹਦੀਆਂ ਕਾਫੀ ਰੇਂਜ ਹੈਗੀਆਂ ਨੇ, ਆਪਾਂ ਨਾਰਮਲ ਸਪੀਡ ਤੋਂ ਸਪੀਡ ਇਹਦੀ ਇਨਕਰੀਜ਼ ਵੀ ਕਰ ਸਕਦੇ ਹਾਂ, 15 to 30% ਇਨਕਰੀਜ਼ ਕਰ ਸਕਦੇ ਹਾਂ, ਔਰ ਨਾਰਮਲ ਤੋਂ ਡਿਕਰੀਜ਼ ਵੀ ਕਰ ਸਕਦੇ ਹੈਗੇ ਆ। ਤਾਂ ਦੋਨੋਂ ਸਪੀਡ ਇਹਦੇ ਵਿੱਚ ਡੀਸੀ ਮੋਟਰਾਂ 'ਚ ਮਿਲਦੀਆਂ ਸੀਗੀਆਂ। ਲੇਕਿਨ ਜਿਹੜੇ ਸਟਾਰਟਰ ਅਸੀਂ 3 ਪੁਆਇੰਟ ਯੂਜ਼ ਕਰਦੇ ਹਾਂ, ਜਿੱਥੇ ਸਾਡੀ ਕੌਨਸਟੈਂਟ ਸਿਰਫ ਸਾਡੀ ਫਿਕਸ ਸਪੀਡ ਹੈਗੀ ਆ, ਉਹਨਾਂ ਜਗ੍ਹਾ ਤੇ ਹੀ ਅਸੀਂ ਇਹਨਾਂ ਨੂੰ ਯੂਜ਼ ਕਰਦੇ। ਤਾਂ ਵੇਰੀਏਬਲ ਟਾਈਮ ਅਸੀਂ ਕਿਉਂ ਨਹੀਂ ਕਰਦੇ, ਮੈਂ ਨਾਲ ਹੀ ਇੱਥੇ ਕਲੀਅਰ ਕਰ ਦਿੰਦਾ ਕਿ ਜਦੋਂ, ਕਿਉਂਕਿ ਜਿਹੜੀ ਹੋਲਡਿੰਗ ਕੋਇਲ ਆ ਸਾਡੀ 9 ਵੋਲਟ ਕੋਇਲ ਆ ਉਹ ਫੀਲਡ ਦੇ ਸੀਰੀਜ਼ ਹੈਗੀ ਆ। ਤਾਂ ਸਾਡੇ ਜਿਹੜੇ ਸਪੀਡ ਹੈਗੀ ਆ ਡੀਸੀ ਮੋਟਰ ਦੀ, ਸ਼ੰਟ ਮੋਟਰ, ਉਹਦੇ 'ਚ ਕੀ ਹੈਗਾ ਕਿ ਸਪੀਡ ਫਲਕਸ ਦੇ ਇਨਵਰਸਲੀ ਪ੍ਰਪੋਰਸ਼ਨਲ ਹੈ। ਜਦੋਂ ਫਲਕਸ ਘਟਦਾ ਹੈਗਾ ਤਾਂ ਸਪੀਡ ਇਨਕਰੀਜ਼ ਹੁੰਦੀ ਹੈ। ਤਾਂ ਜਿਸ ਟਾਈਮ ਅਸੀਂ ਫੀਲਡ ਦੇ ਸੀਰੀਜ਼ 'ਚ ਸਾਡੇ ਕੋਲ ਦੋ ਮੈਥਡ ਆ ਜਾਂਦੇ ਆ ਸਪੀਡ ਵੇਰੀਏਸ਼ਨ ਦੇ, ਇੱਕ ਆਰਮੇਚਰ ਕੰਟਰੋਲ ਮੈਥਡ ਜਦੋਂ ਅਸੀਂ ਸਪੀਡ ਨੂੰ ਘਟਾਉਣਾ ਹੁੰਦਾ, ਔਰ ਜਿਸ ਟਾਈਮ ਅਸੀਂ ਸਪੀਡ ਨੂੰ ਇਨਕਰੀਜ਼ ਕਰਨਾ ਹੁੰਦਾ ਉਦੋਂ ਅਸੀਂ ਫੀਲਡ ਦੇ ਸੀਰੀਜ਼ 'ਚ ਰਜਿਸਟੈਂਸ ਐਡ ਕਰਦੇ ਹਾਂ। ਤਾਂ ਜਿਸ ਟਾਈਮ ਅਸੀਂ ਸਪੀਡ ਇਨਕਰੀਜ਼ ਕਰਦੇ ਹਾਂ ਫੀਲਡ ਦੇ ਸ਼ੰਟ ਫੀਲਡ ਵਾਈਂਡਿੰਗ ਦੇ ਸੀਰੀਜ਼ 'ਚ ਅਸੀਂ ਰਜਿਸਟੈਂਸ ਐਡ ਕਰਦੇ ਹਾਂ, ਤਾਂ ਉਸ ਵਕਤ ਕੀ ਹੈ, ਇਹਦਾ ਫਲਕਸ ਫੀਲਡ ਵਾਈਂਡਿੰਗ ਦਾ ਫਲਕਸ ਘਟ ਜਾਂਦਾ ਤੇ ਸਪੀਡ ਕੀ ਹੈ, ਇਨਕਰੀਜ਼ ਹੋ ਜਾਂਦੀ ਹੈ। ਤਾਂ ਜੇ ਅਸੀਂ ਉਹਦੀ ਲਿਮਟ ਤੋਂ ਜ਼ਿਆਦਾ ਜਾਂਦੇ ਹਾਂ, ਰਜਿਸਟੈਂਸ ਜ਼ਿਆਦਾ ਐਡ ਕਰਦੇ ਹਾਂ, ਤਾਂ ਉਸ ਟਾਈਮ ਕੀ ਹੈ, ਫੀਲਡ ਵਾਈਂਡਿੰਗ ਦਾ ਜਿਹੜਾ ਰਜਿਸਟੈਂਸ ਵਧਣ ਦੇ ਕਾਰਨ ਕਰੰਟ ਘਟਦਾ ਜਾਂਦਾ, ਫਲਕਸ ਘਟਦਾ ਜਾਂਦਾ, ਸਪੀਡ ਵੱਧਦੀ ਜਾਂਦੀ ਹੈ। ਬਟ ਉਹਦੇ ਨਾਲ ਨਾਲ ਕੀ ਹੈਗਾ, ਸਾਡੀ ਜਿਹੜੀ ਹੋਲਡਿੰਗ ਕੋਇਲ ਆ, ਹੈਂਡਲ ਨੂੰ ਪਕੜਨ ਵਾਲੀ 9 ਵੋਲਟ ਕੋਇਲ ਆ, ਉਹਦਾ ਵੀ ਕਰੰਟ ਘਟ ਰਿਹਾ ਕਿਉਂਕਿ ਉਹ ਵੀ ਫੀਲਡ ਦੇ ਸੀਰੀਜ਼ 'ਚ ਲੱਗੀ ਹੋਈ ਹੈ। ਤਾਂ ਜਦੋਂ ਉਹਦਾ ਕਰੰਟ ਘਟੇਗਾ ਨੈਚੁਰਲੀ ਉਹਦਾ ਜਿਹੜਾ ਮੈਗਨੇਟਿਜ਼ਮ ਆ, ਮੈਗਨੇਟ ਆ, ਉਹ ਵੀ ਘਟ ਜਾਏਗਾ। ਔਰ ਜਦੋਂ ਮੈਗਨੇਟ ਘਟੇਗਾ ਨਾਲ ਦੀ ਨਾਲ ਸਾਡਾ ਜਿਹੜਾ ਹੈਂਡਲ ਨੂੰ ਉਹ ਛੱਡ ਦੇਗੀ, ਸਪਰਿੰਗ ਨੂੰ ਵਾਪਸ ਆਫ ਪੋਜੀਸ਼ਨ ਤੇ ਲੈ ਆਵੇਗਾ। ਤਾਂ ਇਹਦੇ ਵਿੱਚ ਸਾਨੂੰ ਜਿਹੜੀ ਪ੍ਰੋਬਲਮ ਆਉਂਦੀ ਹੈ, ਜਦੋਂ ਅਸੀਂ ਸਪੀਡ ਵੇਰੀ ਕਰਦੇ ਹਾਂ, ਇਨਕਰੀਜ਼ ਕਰਦੇ ਹਾਂ, ਤਾਂ ਮੋਟਰ ਬਾਰ-ਬਾਰ ਆਫ ਪੋਜੀਸ਼ਨ ਤੇ ਚਲੀ ਜਾਂਦੀ ਹੈ। ਤਾਂ ਇਸ ਕਰਕੇ ਜਿਹੜੀ ਇਹ 3 ਪੁਆਇੰਟ ਸਟਾਰਟਰ ਹੈਗਾ ਉਹ ਸਪੀਡ ਵੇਰੀਏਸ਼ਨ ਟਾਈਮ ਜਿਹੜੀ ਸਾਡੀ ਮੋਟਰ ਦੀ ਰਿਕੁਆਇਰਮੈਂਟ ਆ ਉਸ ਟਾਈਮ ਇਹ
नहीं वरत्या जाता, तो उस टाइम असी 4 पॉइंट स्टार्टर यूज करते हैं। 4 पॉइंट स्टार्टर जिस तरह 4 पॉइंट स्टार्टर है, मैं पहला भी क्लीयर किया सी कि इन्हों के टर्मीनल्स ने जोड़े असी कनैक्ट करते हैं, उन्होंने जी गिनती हैगी है 2 है तो 2 पॉइंट स्टार्टर है, 3 है तो 3 पॉइंट कह देंगे हैं, 4 टर्मीनल्स ने तो 4 पॉइंट स्टार्टर कह देंगे हैं। तो 4 पॉइंट स्टार्टर जिवें लास्ट जिक्र किया कि उन्होंने जगह पर असी यूज करते हैं वरतते हैं कि जिथे साडी स्पीड वेरी करनी है, असी इनक्रीज करनी है, उन्होंने जगह पर 4 पॉइंट स्टार्टर लगाया जाता। तो ये 4 टर्मीनल्स ने साडे कोल एल लाइन का लिखा हुआ नैगेटिव, पॉजिटिव, आर्मेचर और फील्ड का 4 टर्मीनल्स ने। तो सानू ये भी पहला स्टार्टर कनैक्ट करने नालों ये टर्मीनल्स के बारे पता होना चाहिए कि असी किस तरह जोड़ने है, किस तरह टेस्टिंग करनी है। तो असी पॉजिटिव टर्मीनल की जिस तरह पहला असी टेस्टिंग करांगे कि पॉजिटिव टर्मीनल किहड़ा हैगा, चाहे वो उपर पहला इंडीकेट किया ही होवे, दर्शाया ही होवे, हो सकता कई बार रिपेयर करन टाइम या प्रैक्टिकल करन टाइम वायर चेंज हो जाती है, तो उस टाइम साडा नुकसान ना होवे, सानू पहले टेस्ट कर लेना चाहिए। तो वो जिस तरह मैं लास्ट 3 पॉइंट के सीगा एल टर्मीनल, ये भी एल टर्मीनल नाल उहदे पॉजिटिव पाया होएगा। इनू टेस्ट करने वास्ते असी सीरीज लैंप यूज करांगे, सेम वही मैथड हैगा। ਉਹਦੇ ਵਿੱਚ ਅਸੀਂ ਲੈਂਪ ਨੂੰ ਹੈਂਡਲ ਨਾਲ ਲਗਾ ਦਾਂਗੇ ਇੱਕ ਵਾਇਰ, ਔਰ ਦੂਸਰੀ ਜਿਹੜੀ ਸੀਰੀਜ਼ ਦੀ ਵਾਇਰ ਹੈਗੀ ਆ ਉਹ ਅਸੀਂ ਚਾਰੋਂ ਟਰਮੀਨਲਸ ਦੇ ਉੱਪਰ ਲਗਾ ਕੇ ਦੇਖਾਂਗੇ, ਕਿਉਂਕਿ ਬਾਕੀ ਜਿਹੜੇ ਟਰਮੀਨਲਸ ਨੇ ਉਹ ਸਾਰਿਆਂ ਦਾ ਕਨੈਕਸ਼ਨ ਸਾਡਾ ਕਿਤੇ ਨਾ ਕਿਤੇ ਲੱਗਿਆ ਹੋਇਆ, ਚਾਹੇ ਉਹ ਰੈਜ਼ਿਸਟੈਂਸ ਨਾਲ, ਚਾਹੇ ਸਟਾਰਟਿੰਗ 'ਚ, ਚਾਹੇ ਐਂਡ ਦੇ ਵਿੱਚ, ਲੇਕਿਨ ਸਾਡਾ ਪੋਜ਼ਿਟਿਵ ਇੱਕੋ ਇੱਕ ਟਰਮੀਨਲ ਆ ਜਿਹੜਾ ਸਿਰਫ ਹੈਂਡਲ ਨਾਲ ਉਹ ਆਫ ਪੋਜੀਸ਼ਨ ਤੇ ਹੁੰਦਾ, ਹੋਰ ਕਿਸੇ ਨਾਲ ਨਹੀਂ। तो वो की है, सिर्फ पॉजिटिव टर्मिनल ਜਿਹੜਾ ਉਹੀ ਹੋਏਗਾ ਜਿਹੜਾ हैंडल ਦੇ ਨਾਲ ਲੱਗੇਗਾ और हैंडल ऑफ पोजीशन ਤੇ ਹੋਏਗਾ उस टाइम ਜਿਹੜਾ ਸਾਨੂੰ ਜਿੱਥੇ ਵੀ ਲਾਈਟ ਮਿਲਦੀ ਹੈ, ਕਿਉਂਕਿ ਇਹਦੇ ਵਿੱਚ ਰੈਜ਼ਿਸਟੈਂਸ ਬਿਲਕੁਲ ਨਹੀਂ ਹੈਗੀ, ਬਹੁਤ ਨਾਮਾਤਰ ਓਵਰਲੋਡ ਕੋਇਲ ਦੀ, ਤਾਂ ਲੈਂਪ ਦੀ ਜਿਹੜੀ ਲਾਈਟ ਸਾਨੂੰ ਜ਼ਿਆਦਾ ਮਿਲੇਗੀ, ਬ੍ਰਾਈਟ ਮਿਲੇਗੀ, ਤਾਂ ਸਾਨੂੰ ਪੋਜ਼ਿਟਿਵ ਟਰਮੀਨਲ ਫਾਈਂਡ ਆਊਟ ਹੋ ਜਾਂਦਾ। ਸੈਕੰਡ ਹੈਗਾ ਕਿ ਅਸੀਂ ਆਰਮੇਚਰ ਕਿਸ ਤਰ੍ਹਾਂ ਫਾਈਂਡ ਆਊਟ ਕਰਨਾ। ਆਰਮੇਚਰ ਦੇ ਵਿੱਚ ਅਸੀਂ ਕੀ ਕਰਦੇ ਹਾਂ, ਅਸੀਂ ਜਿਹੜੀ ਵਾਇਰ ਹੈਗੀ ਆ ਸੀਰੀਜ਼ ਲੈਂਪ ਦੀ, ਉਹ ਅਸੀਂ ਇੱਕ ਵਾਇਰ ਅਸੀਂ ਔਨ ਪੋਜੀਸ਼ਨ ਦੇ ਜਿਹੜਾ ਸਟੱਡ ਹੈਗਾ, ਜਿਹੜਾ ਪੁਆਇੰਟ ਹੈਗਾ ਉਸ ਜਗ੍ਹਾ ਤੇ ਲਗਾ ਦਿੰਦੇ ਜਿੱਥੇ ਬਿਲਕੁਲ ਲਾਸਟ ਰੈਜ਼ਿਸਟੈਂਸ ਖਤਮ ਹੋ ਜਾਂਦੀ ਹੈ, ਔਰ ਦੂਸਰੀ ਵਾਇਰ ਅਸੀਂ ਬਾਕੀ ਦੇ, ਕਿਉਂਕਿ ਅਸੀਂ ਪੋਜ਼ਿਟਿਵ ਪਹਿਲਾਂ ਫਾਈਂਡ ਆਊਟ ਕਰ ਲਿਆ ਹੈਗਾ, ਤਾਂ ਬਾਕੀ ਤਿੰਨੋਂ ਟਰਮੀਨਲ ਤੇ ਲਗਾ ਕੇ ਦੇਖਾਂਗੇ ਤਾਂ ਸਾਨੂੰ ਜਿਸ ਜਗ੍ਹਾ ਦੇ ਉੱਪਰ ਲਾਈਟ ਰੋਸ਼ਨੀ ਮਿਲਦੀ ਹੈ ਬ੍ਰਾਈਟ, ਕਿਉਂਕਿ ਇੱਥੇ ਡਾਇਰੈਕਟ ਲੈਂਪ ਚੱਲ ਰਿਹਾ ਹੈਗਾ, ਤਾਂ ਸਾਨੂੰ ਆਰਮੇਚਰ ਦਾ ਟਰਮੀਨਲ ਮਿਲ ਜਾਏਗਾ। उस तो बाद चो साडे कोल 2 टर्मिनल बचे ने, एक नैगेटिव और एक फील्ड का, जिन्होंने असीं Z नाल दिखाया होया। तो ये एक चीज़ दूसरे स्टार्टर नालों जिहड़ी चेंज हैगी आ, उहदे विच असीं की है, जिहड़ा एक नंबर सीगा साडा रजिस्टेंस का पॉइंट, उत्थों वायर असीं पूरी लैके फील्ड वाइंडिंग दे नो वोल्ट कोयल के थ्रू फील्ड वाइंडिंग नाल जोड़ी सी। ते लेकिन इत्थे की है, इत्थे साडे सैपरेट 3 रास्ते है, उहदे विच साडे करंट दे 2 रास्ते बनदे सी, इहदे 3 रास्ते बन जांदे आ। एक सैपरेट जिहड़ी स्ट्रिप है, एक पत्ती लगाई जाती है जिहड़ी कि फील्ड वाइंडिंग नूं उहदे तों अलग करदी है, कि असीं जिहड़ी लो वोल्ट कोयल आ उहदा कोई मैगनेट जिहड़ा बनना, उहदा करंट दे उपर कोई इफैक्ट ना पवे, तां अलग तों ही पत्ती लगाई जाती है। तां उस दे उपर असीं टच कराउणा, जिहड़ी सीरीज लैंप की वायर हैगी आ, एक स्ट्रिप लगाई हुई है उहदे उपर, प्लेट के उपर हैंडल के नाल ही वो टच करती हैगी है, ठीक है। उहदे उपर असीं लगावांगे, फिर असीं साडे कोल पॉजिटिव भी मिलिया होया, सानू आर्मेचर भी मिलिया, जिहड़े 2 टर्मिनल बचे हैगे Z और नैगेटिव का, उहदे उपर असीं टच करांगे, तो जिस उपर सानू रोशनी ज़्यादा मिलती है तो साडा फील्ड का वो टर्मिनल हैगा, क्योंकि इत्थे कोई रजिस्टेंस नहीं इहदे विच डायरैक्ट इहदे नाल कनैक्ट हैगा। इत्थे तकरीबन सानू चारों टर्मिनल नज़र आ रहे हैं, जिहड़े असीं 3 फाइंड आउट कर लिए और चौथा असीं फाइंड आउट करन लगे हैं। इहदे विच व्यू भी पूरे स्टार्टर दा नज़र आ रहा हैगा।
ਤਾਂ ਇਹਦੇ ਵਿੱਚ ਜਿਹੜੀ ਹੈਗੀ ਆ ਕੋਇਲ ਹੈਗੀ ਆ 9 ਵੋਲਟ ਕੋਇਲ, ਉਹਦਾ ਡਾਇਰੈਕਟ ਅਸੀਂ ਸਪਲਾਈ ਨਾਲ ਹੈਂਡਲ ਦੀ ਜਿਹੜੀ ਸੈਪਰੇਟ ਪੱਤੀ ਹੈ, ਜਿੱਥੋਂ ਇੱਥੋਂ ਹੀ ਅਸੀਂ ਦੋਨੋਂ ਵਾਇਰ ਲੈ ਕੇ ਜਾਂਦੇ, ਇੱਕ ਫੀਲਡ ਨੂੰ ਡਾਇਰੈਕਟ ਮਿਲ ਜਾਂਦੀ ਹੈ ਔਰ ਇੱਕ 9 ਵੋਲਟ ਕੋਇਲ ਨੂੰ ਅਲੱਗ ਚਲੀ ਜਾਂਦੀ ਹੈ। ਤਾਂ ਇੱਥੇ ਦੋ ਰਾਸਤੇ ਬਣ ਜਾਂਦੇ ਆ ਕਰੰਟ ਦੇ। ਤਾਂ ਇੱਥੇ ਕੀ ਹੈ, ਲਾਸਟ 3 ਪੁਆਇੰਟ ਦੇ ਵਿੱਚ 9 ਵੋਲਟ ਕੋਇਲ ਫੀਲਡ ਦੇ ਸੀਰੀਜ਼ ਹੋਣ ਕਰਕੇ ਇੱਕੋ ਹੀ ਕਰੰਟ ਦਾ ਰਾਸਤਾ ਸੀ। ਅਗਰ ਅਸੀਂ ਫੀਲਡ ਦੇ ਸੀਰੀਜ਼ 'ਚ ਰੈਜ਼ਿਸਟੈਂਸ ਐਡ ਕਰਦੇ ਸੀਗੇ, ਉਹਦਾ ਫਲਕਸ ਘਟਦਾ ਸੀ, ਤਾਂ ਨਾਲ 9 ਵੋਲਟ ਕੋਇਲ ਦਾ ਵੀ ਕਰੰਟ ਘਟ ਜਾਂਦਾ ਸੀ। ਤੇ ਸੀਰੀਜ਼ ਹੋਣ ਕਰਕੇ ਤਾਂ ਉਹਦੇ ਨਾਲ ਇਹਦਾ ਜਿਹੜਾ ਮੈਗਨੇਟ ਵੀਕ ਹੋ ਜਾਂਦਾ ਸੀ, ਹੈਂਡਲ ਨੂੰ ਛੱਡ ਦਿੰਦਾ ਸੀ। ਲੇਕਿਨ ਇਸ ਸਟਾਰਟਰ ਦੇ ਵਿੱਚ ਕੀ ਹੈ, 9 ਵੋਲਟ ਕੋਇਲ ਨੂੰ ਇੱਕ ਐਡੀਸ਼ਨ ਜਿਹੜੀ ਹੈਗੀ ਆ ਅਲੱਗ ਤੋਂ ਰੈਜ਼ਿਸਟੈਂਸ ਲਗਾ ਕੇ, ਕਿਉਂਕਿ ਕੋਇਲ ਅਸੀਂ ਡਾਇਰੈਕਟ ਸਪਲਾਈ ਨਾਲ ਨਹੀਂ ਜੋੜ ਸਕਦੇ, ਤਾਂ ਉਹਦੀ ਰੈਜ਼ਿਸਟੈਂਸ ਸੂਟੇਬਲ ਲਗਾ ਕੇ ਅਸੀਂ ਸਪਲਾਈ ਨਾਲ ਡਾਇਰੈਕਟ ਜੋੜਦੇ ਹਾਂ। ਤਾਂ ਇਹਦੇ ਉੱਪਰ ਸਾਨੂੰ ਕੀ ਯਾਰ ਜਿਹੜੀ ਲਾਈਟ ਸਾਨੂੰ ਡਿਮ ਮਿਲੇਗੀ, ਕਿਉਂਕਿ ਜਿਸ ਤਰ੍ਹਾਂ Z ਦਾ ਟਰਮੀਨਲ ਆ, ਜੇ ਅਸੀਂ ਉੱਥੇ ਅਸੀਂ ਜਿਹੜੀ N ਵਾਲਾ ਪੁਆਇੰਟ ਦਿਖਾਇਆ ਹੋਇਆ, ਜਿਹੜਾ ਅਸੀਂ ਨੈਗੇਟਿਵ ਤੇ ਲਗਾਇਆ, ਜੇ ਅਸੀਂ Z ਵਾਲੇ ਪੁਆਇੰਟ ਤੇ ਲਗਾਵਾਂਗੇ ਸਾਨੂੰ ਰੋਸ਼ਨੀ ਫੁੱਲ ਮਿਲੇਗੀ ਲੈਂਪ ਦੀ, ਕਿਉਂਕਿ ਉਹਦੀ ਕੋਈ ਰੈਜ਼ਿਸਟੈਂਸ ਨਹੀਂ ਹੈ। ਔਰ ਨੈਗੇਟਿਵ ਵਾਲੀ ਸਾਈਡ ਸਾਡਾ ਜਦੋਂ ਅਸੀਂ ਲਗਾਵਾਂਗੇ, ਉਸ ਜਗ੍ਹਾ ਤੇ ਸਾਨੂੰ ਡਿਮ ਮਿਲੇਗੀ, ਲਾਈਟ ਘੱਟ ਮਿਲੇਗੀ, ਕਿਉਂਕਿ ਇੱਕ ਤਰ੍ਹਾਂ 9 ਵੋਲਟ ਕੋਇਲ ਦੀ ਰੈਜ਼ਿਸਟੈਂਸ ਹੋ ਗਈ, ਦੂਸਰਾ ਅਸੀਂ ਰੈਜ਼ਿਸਟੈਂਸ ਐਡ ਕੀਤੀ ਹੈ, ਤਾਂ ਇਹ ਸਾਡਾ ਨੈਗੇਟਿਵ ਟਰਮੀਨਲ ਹੋ ਗਿਆ। ਤਾਂ ਜਿਹੜੀ ਕੰਪਲੀਟ ਡਾਇਗਰਾਮ ਹੈਗੀ ਆ ਸਾਡੀ 4 ਪੁਆਇੰਟ ਸਟਾਰਟਰ ਦੀ, ਉਹ ਅਸੀਂ ਦੇਖ ਰਹੇ ਹਾਂ, ਜਿਹਦੇ ਵਿੱਚ ਸਟਾਰਟਿੰਗ ਰੈਜ਼ਿਸਟੈਂਸ 1 ਨੰਬਰ ਤੇ ਦਿਖਾਈ ਗਈ ਹੈ। 2 ਨੰਬਰ ਉੱਪਰ ਜਿਹੜੇ ਬਰਾਸ ਦੇ ਸਟੱਡ ਦਿਖਾਏ ਗਏ ਆ, ਜਿਨ੍ਹਾਂ ਦੇ ਉੱਪਰ ਹੈਂਡਲ ਟੱਚ ਕਰਕੇ ਅਸੀਂ ਲੈ ਕੇ ਜਾਂਦੇ ਹਾਂ। ਬਰਾਸ ਸਟ੍ਰਿਪ ਹੈਗੀ 3 ਨੰਬਰ ਤੇ, ਜਿਹੜੀ ਮੈਂ ਦੱਸਿਆ ਸੀ ਅਲੱਗ ਤੋਂ ਅਸੀਂ ਸੈਪਰੇਟ ਅਲੱਗ ਤੋਂ ਅਸੀਂ ਸਟ੍ਰਿਪ ਲਗਾਉਣੇ ਹੈਗੇ ਆ। 4 ਨੰਬਰ ਸਾਡੇ ਕੋਲ हैंडल आ गया, स्टार्टिंग हैंडल, ठीक है। 5 नंबर आयरन बार हैगी है, वो जाके जो असी ऑन पोजीशन ते लैके आने हैं, वो 9 वोल्ट कोयल उसमें पकड़ लैंदी हैगी है। 6 नंबर साडे कोल 9 वोल्ट कोयल हैगी है, 9 वोल्ट कोयल। 7 नंबर ते साडे कोल ओवरलोड कोयल हैगी है। 8 नंबर ते ट्रिपिंग लैवल हैगा विद कॉन्टैक्ट पॉइंट, क्योंकि ਇਹਦੀ ਐਡਜਸਟਮੈਂਟ ਹੁੰਦੀ ਹੈ ਤੇ ਅਸੀਂ ਜੇ ਮੋਟਰ ਸਾਡੀ ਅਲੱਗ-ਅਲੱਗ ਵਾਟੇਜ ਦੀ, ਕਿਲੋਵਾਟ ਦੀ ਅਲੱਗ-ਅਲੱਗ ਹੈਗੀ ਹੈ, ਤਾਂ ਉਹਦੇ ਨਾਲ ਜੇ ਕਰੰਟ ਦੀ ਰੇਟਿੰਗ ਵੀ ਅਸੀਂ ਉਹਦੀ ਸਿਲੈਕਟ ਕਰ ਸਕਦੇ ਹਾਂ ਕਿ ਕਿੰਨੇ ਕਰੰਟ ਤੇ ਅਸੀਂ ਇਸ ਨੂੰ ਟ੍ਰਿਪ ਕਰਾਉਣਾ ਹੈਗਾ। 10 ਨੰਬਰ ਸਾਡੇ ਕੋਲ ਪੋਜ਼ਿਟਿਵ ਟਰਮੀਨਲ ਹੈਗਾ, 11 ਨੰਬਰ ਨੈਗੇਟਿਵ ਟਰਮੀਨਲ, 12 ਨੰਬਰ ਤੇ ਸ਼ੰਟ ਫੀਲਡ ਟਰਮੀਨਲ ਔਰ 13 ਤੇ ਆਰਮੇਚਰ ਹੈਗਾ। ਇਹਦੀ ਜੇ ਅਸੀਂ ਵਰਕਿੰਗ ਦੇਖੀਏ ਇਸ ਟਾਈਮ ਕੀ ਹੋਏਗਾ, ਤਾਂ ਜਿਹੜੀ ਨੈਗੇਟਿਵ ਵਾਇਰ ਅਸੀਂ ਇੱਕ ਤਾਂ ਡਾਇਰੈਕਟ ਮੋਟਰ ਦੇ ਜਿਹੜੇ ਸ਼ਾਰਟ ਕੀਤੇ ਟਰਮੀਨਲ ਆਰਮੇਚਰ ਔਰ ਫੀਲਡ ਦਾ ਉਸ ਨਾਲ ਜੋੜ ਦਿੰਦੇ ਹਾਂ, ਔਰ ਇੱਕ ਅਸੀਂ ਨੈਗੇਟਿਵ ਅਸੀਂ ਜਿਹੜਾ ਨੈਗੇਟਿਵ ਟਰਮੀਨਲ ਲਗਾ ਦਿੰਦੇ ਹਾਂ, ਔਰ ਜਿਹੜੀ ਪੋਜ਼ਿਟਿਵ ਵਾਇਰ ਹੈਗੀ ਉਹ ਅਸੀਂ L ਜਿਹੜਾ ਪੋਜ਼ਿਟਿਵ ਹੈ 10 ਨੰਬਰ ਇੱਥੇ ਕਨੈਕਟ ਕਰਦੇ ਹਾਂ। ਤਾਂ ਇਸ ਜਗ੍ਹਾ ਦੇ ਉੱਪਰ ਸਾਡੇ ਕੋਲ 3 ਮੈਗਨੇਟ ਦੇ ਜਿਹੜੇ ਰਾਸਤੇ ਬਣ ਜਾਂਦੇ ਆ। ਇੱਕ ਰਾਸਤਾ ਜਦੋਂ ਅਸੀਂ ਹੈਂਡਲ ਨੂੰ ਔਨ ਪੋਜੀਸ਼ਨ ਤੇ ਫਸਟ ਜਿਹੜਾ ਸੈਕਿੰਡ ਸਟੱਡ ਹੈਗਾ, ਇਹਦੇ ਉੱਪਰ ਜਦੋਂ ਟੱਚ ਕਰਦਾ, ਪਹਿਲਾ ਆਫ ਪੋਜੀਸ਼ਨ ਆ, ਸੈਕਿੰਡ ਦੇ ਉੱਪਰ ਜਦੋਂ ਟੱਚ ਕਰਦੇ ਆ ਤਾਂ ਉਸ ਟਾਈਮ ਸਾਡੇ ਕੋਲ 3 ਰਾਸਤੇ ਬਣ ਜਾਂਦੇ ਆ ਕਰੰਟ ਦੇ। ਇੱਕ ਰਾਸਤਾ ਸਾਡਾ ਰੈਜ਼ਿਸਟੈਂਸ ਦੇ ਥਰੂ ਹੋ ਕੇ ਜਾਂਦਾ, ਜਿਹੜਾ ਆਰਮੇਚਰ ਨੂੰ ਮਿਲਦਾ 13 ਨੰਬਰ ਤੇ ਆਰਮੇਚਰ ਨੂੰ, ਕਿਉਂਕਿ ਸਟਾਰਟਿੰਗ 'ਚ ਜਿਵੇਂ ਮੈਂ ਪਹਿਲਾਂ ਵੀ ਦੱਸਿਆ ਕਿ ਆਰਮੇਚਰ ਦੀ ਰੈਜ਼ਿਸਟੈਂਸ ਬਹੁਤ ਲੋ ਹੁੰਦੀ ਹੈ, ਘੱਟ ਹੁੰਦੀ ਹੈ, ਬੈਕਿੰਗ ਅਪ ਨਹੀਂ ਹੁੰਦੀ, ਤਾਂ ਸਟਾਰਟਿੰਗ ਟਾਈਮ ਅਸੀਂ ਰੈਜ਼ਿਸਟੈਂਸ ਐਡ ਕਰ ਦਿੰਦੇ ਹਾਂ ਆਰਮੇਚਰ ਦੇ ਸੀਰੀਜ਼ ਦੇ ਵਿੱਚ। ਦੂਸਰਾ ਜਿਹੜੀ ਬਰਾਸ ਸਟ੍ਰਿਪ ਹੈਗੀ ਤੀਸਰੇ ਨੰਬਰ ਤੇ, ਇਸ ਦੇ ਥਰੂ ਜਿਹੜਾ ਕਰੰਟ ਜਾਂਦਾ ਉਹ ਅੱਗੇ ਫਰਦਰ ਫਿਰ 2 ਜਿਹੜੇ ਹਿੱਸਿਆਂ 'ਚ ਵੰਡਿਆ ਜਾਂਦਾ, ਇੱਕ 9 ਵੋਲਟ ਕੋਇਲ ਨੂੰ ਚੱਲਿਆ ਜਾਂਦਾ ਤੇ ਦੂਸਰਾ 12 ਨੰਬਰ ਤੇ ਸਾਡੀ ਫੀਲਡ ਵਾਈਂਡਿੰਗ ਨੂੰ ਡਾਇਰੈਕਟ ਚੱਲਿਆ ਜਾਂਦਾ। ਤਾਂ ਇੱਥੇ ਸਾਡੇ ਜਿਹੜੀ 9 ਵੋਲਟ ਕੋਇਲ ਆ, ਇਹ ਅੱਗੇ ਨੈਗੇਟਿਵ ਨਾਲ ਜੁੜੀ ਹੋਈ ਹੈ ਰੈਜ਼ਿਸਟੈਂਸ ਦੇ ਥਰੂ, 9 ਨੰਬਰ ਰੈਜ਼ਿਸਟੈਂਸ ਦੇ ਥਰੂ। ਤਾਂ ਜਦੋਂ ਅਸੀਂ ਹੌਲੀ-ਹੌਲੀ ਸਟੈਪ ਬਾਈ ਸਟੈਪ ਲੈ ਕੇ ਜਾਂਦੇ ਹਾਂ ਹੈਂਡਲ ਨੂੰ, ਤਾਂ ਹੈਂਡਲ ਜਾ ਕੇ ਲਾਸਟ ਪੋਜੀਸ਼ਨ ਦੇ ਉੱਪਰ ਪੂਰੀ ਰੈਜ਼ਿਸਟੈਂਸ ਘਟ ਜਾਂਦੀ ਹੈ, ਆਰਮੇਚਰ ਰੋਟੇਟ ਹੋਣਾ ਸ਼ੁਰੂ ਹੋ ਜਾਂਦਾ, ਕੰਪਲੀਟ ਮੋਟਰ ਰਨ ਕਰ ਜਾਂਦੀ ਹੈ ਤੇ ਹੈਂਡਲ ਨੂੰ 9 ਵੋਲਟ ਕੋਇਲ ਪਕੜ ਲੈਂਦੀ ਹੈਗੀ ਆ। ਤਾਂ ਇਸ ਦੇ ਵਿੱਚ ਜਦੋਂ ਵੀ ਆਫ ਹੋਏਗਾ
मोटर की सप्लाई ऑफ होएगी, उस टाइम नो वोल्ट कोयल इसनों छड़ देगी हैंडल नूं, स्प्रिंग उन्होंने वापस ऑफ पोजीशन ते लेके आएगा। इस तरह ਜਦੋਂ ओवरलोडिंग होएगी, ओवरलोडिंग टाइम करंट ज़्यादा फ्लो करेगा तो जी 7 नंबर के उपर साड़ी ओवरलोड कोयल है वो मैगनेटाइज होएगी, जोड़ा लीवर नूं अपने वाल खिंचेगी तो जोड़े नो वोल्ट कोयल के टर्मिनल्स ने उन्होंने शॉर्ट कर देगी तो साड़ी नो वोल्ट कोयल हैंडल नूं छड़ देगी। ਇਹਦੇ ਵਿੱਚ ਜਿਹੜੀ ਮੇਨ ਉਹਦੇ ਨਾਲੋਂ ਡਿਫਰੈਂਸ ਸੀਗਾ 3 ਪੁਆਇੰਟ ਸਟਾਰਟਰ ਨਾਲੋਂ ਕਿ ਸਾਡੀ ਜਿਹੜੀ ਕੋਇਲ ਹੈਗੀ 9 ਵੋਲਟ ਕੋਇਲ ਉਸ ਨੂੰ ਅਸੀਂ ਸੈਪਰੇਟ ਕਰਤਾ, ਫੀਲਡ ਨਾਲੋਂ ਅਲੱਗ ਕਰ ਦਿੱਤਾ ਤੇ ਫੀਲਡ ਦੇ ਰਾਸਤੇ 'ਚ ਅਸੀਂ ਰੈਜ਼ਿਸਟੈਂਸ ਵਧਾ ਘਟਾ ਸਕਦੇ ਹਾਂ, ਉਹਨੂੰ ਚੇਂਜ ਕਰ ਸਕਦੇ ਹਾਂ, ਤਾਂ ਜਿਹੜੀ 9 ਵੋਲਟ ਕੋਇਲ ਦੇ ਉੱਪਰ ਕੋਈ ਇਫੈਕਟ ਨਹੀਂ ਪੈਂਦਾ। 9 ਵੋਲਟ ਕੋਇਲ ਨੋਰਮਲ ਵਰਕ ਕਰਦੀ ਰਹੇਗੀ। ਇਹ ਵਾਲੇ ਟਰਾਂਸਫਾਰਮਰ ਸਟਾਰਟਰ ਜਿਹੜੇ ਹੈਗੇ ਆ ਇਹ ਅਸੀਂ ਯੂਜ਼ ਕਰਦੇ ਹਾਂ ਜਿੱਥੇ ਸਾਨੂੰ ਸਪੀਡ ਦੀ ਵੇਰੀਏਸ਼ਨ ਕਰਨੀ ਹੁੰਦੀ ਹੈ, ਚਾਹੇ ਉਹ ਸਾਡੀ ਸ਼ੰਟ ਮੋਟਰ ਹੈ ਚਾਹੇ ਸਾਡੀ ਉਹ ਕੰਪਾਊਂਡ ਮੋਟਰ ਹੈਗੀ ਹੈ। ਸਪੀਡ ਵੇਰੀਏਸ਼ਨ ਟਾਈਮ ਸਾਨੂੰ 4 ਪੁਆਇੰਟ ਸਟਾਰਟਰ ਦੀ ਜ਼ਰੂਰਤ ਪੈਂਦੀ ਹੈ। ਲਾਸਟ ਸਟਾਰਟਰ ਸਾਡੇ ਕੋਲ ਹੈਗਾ 2 ਪੁਆਇੰਟ ਸਟਾਰਟਰ। ਜਿਵੇਂ ਕਿ ਇਹਦੇ ਮੈਂ ਦੱਸਿਆ ਸੀ ਟਰਮੀਨਲ, 2 ਟਰਮੀਨਲ ਹੈਗੇ ਨੇ L ਔਰ A, ठीक है, लाइन और आर्मेचर का टर्मिनल, तो ये 2 पॉइंट स्टार्टर कहा जाता। ये मोटर जी साडे सीरीज मोटर है, सीरीज मोटर के लिए असी 2 पॉइंट स्टार्टर यूज करते हैं। ये 2 ही टर्मिनल्स ने, ठीक है, और क्योंकि दोनों जड़ियाँ वाइंडिंग ने आर्मेचर और फील्ड वाइंडिंग दोनों वाइंडिंग्स जड़ियाँ हैगियां वो सीरीज के विच जुड़ियां हुंदियां मोटर दियां, और ਉਹਦੇ ਸਾਡੇ ਕੋਲ 2 ही टर्मिनल्स आउंदे ने। एक ਨੂੰ ਅਸੀਂ ਨੈਗੇਟਿਵ ਸਪਲਾਈ ਦੇ ਦਿੰਦੇ ਆ, ਇੱਕ ਪੁਆਇੰਟ ਨੂੰ ਜਦੋਂ ਅਸੀਂ ਸੀਰੀਜ਼ ਦੇ ਵਿੱਚ ਉਹਨੂੰ ਕਨੈਕਟ ਕਰ ਦਿੰਦੇ ਆ ਆਰਮੇਚਰ ਔਰ ਫੀਲਡ ਨੂੰ ਅਸੀਂ ਨੈਗੇਟਿਵ ਸਪਲਾਈ ਦੇ ਦਿੰਦੇ ਆ, ਔਰ ਪੋਜ਼ਿਟਿਵ ਜਿਹੜੀ ਸਪਲਾਈ ਹੈਗੀ ਉਹ ਅਸੀਂ ਸਟਾਰਟਰ ਦੇ ਐਲ ਪੁਆਇੰਟ ਤੇ, ਔਰ ਜਿਹੜਾ ਇਹਦਾ ਆਰਮੇਚਰ ਦਾ ਟਰਮੀਨਲ ਆ ਉਹ ਅਸੀਂ ਮੋਟਰ ਦੇ ਆਰਮੇਚਰ ਦੇ ਟਰਮੀਨਲ ਨਾਲ ਕਨੈਕਟ ਕਰ ਦਿੰਦੇ ਹੈਗੇ ਆ। ਤਾਂ ਇਹਦੇ ਵਿੱਚ ਸਾਡਾ ਐਲ ਪੁਆਇੰਟ ਤੋਂ ਜਿਹੜਾ ਕਰੰਟ ਸਾਡਾ पहले ओवरलोड कोयल ਦੇ ਵਿੱਚ ਜਾਏਗਾ, ਫਿਰ हैंडल ਦੇ थ्रू ਜਿਹੜੀ ਅਸੀਂ ਸਟਾਰਟਿੰਗ ਦੇ ਵਿੱਚ ਰੈਜ਼ਿਸਟੈਂਸ ਐਡ ਕਰਕੇ ਹੌਲੀ ਹੌਲੀ ਉਹਨੂੰ ਕੱਟਦੇ ਹੋਏ लो वोल्ट कोयल ਦੇ थ्रू ਆਰਮੇਚਰ ਨੂੰ ਸਪਲਾਈ ਚਲੀ ਜਾਂਦੀ ਹੈ। ਤਾਂ ਇਹ ਜਿਹੜੀ ਮੋਟਰ ਹੈਗੀ ਆ ਸੀਰੀਜ਼ ਮੋਟਰ, ਇਹਦਾ ਜਿਹੜਾ ਲੋਡ ਕਰੰਟ ਦੇ ਚੇਂਜ ਹੋਣ ਨਾਲ, ਲੋਡ ਚੇਂਜ ਹੋਣ ਨਾਲ ਜਿਹੜਾ ਇਹਦਾ ਕਰੰਟ ਚੇਂਜ ਹੋ ਜਾਂਦਾ, ਜਿਵੇਂ ਜਿਵੇਂ ਸਪੀਡ ਵੱਧਦੀ ਹੈਗੀ ਆ ਵੱਧ ਜਾਂਦੀ ਹੈਗੀ ਆ, ਤਾਂ ਉੱਥੇ ਜਦੋਂ ਵਿਦਆਊਟ ਲੋਡ ਹੈ, ਜੇ ਲੋਡ ਕਰੰਟ ਘੱਟ ਹੈਗਾ ਤਾਂ ਉਸ ਟਾਈਮ ਕੀ ਹੈ ਮੋਟਰ ਦੀ ਸਪੀਡ ਬਹੁਤ ਜ਼ਿਆਦਾ ਇਨਕਰੀਜ਼ ਹੋ ਜਾਂਦੀ ਹੈ, ਬਹੁਤ ਡੇਂਜਰਸ ਹੋ ਜਾਂਦੀ ਹੈ। ਤਾਂ ਮੋਟਰ ਕਈ ਵਾਰ ਬਹੁਤ ਜ਼ਿਆਦਾ ਨੁਕਸਾਨ ਤੱਕ ਕਰ ਸਕਦੀ ਹੈ। ਉਹਨੂੰ ਕੰਟਰੋਲ ਕਰਨ ਵਾਸਤੇ ਸਾਡਾ ਜਿਹੜਾ ਇਹ ਸਟਾਰਟਰ ਹੈਗਾ, ਕਿਉਂਕਿ ਜਿਹੜੀ ਫੀਲਡ ਕੋਇਲ ਹੈਗੀ ਆ ਉਹ ਵੀ ਇਹਦੇ ਸੀਰੀਜ਼ ਦੇ ਵਿੱਚ ਲੱਗੀ ਆ, ਫੀਲਡ ਵਾਈਂਡਿੰਗ ਔਰ ਆਰਮੇਚਰ ਦੇ, ਇਹ ਤਿੰਨੋਂ ਦਾ ਕਰੰਟ ਸੇਮ ਹੋਏਗਾ, ਕਿਉਂਕਿ ਅਸੀਂ ਸੀਰੀਜ਼ ਦੇ ਵਿੱਚ ਪੜਿਆ ਕਿ ਸੀਰੀਜ਼ ਸਰਕਟ ਦੇ ਵਿੱਚ ਜਿਹੜੀ ਆ ਵੋਲਟੇਜ ਉਹਨਾਂ ਦੀ ਰੈਜ਼ਿਸਟੈਂਸ ਦੇ ਅਕੋਰਡਿੰਗ ਵੰਡੀ ਜਾਂਦੀ ਹੈ, ਲੇਕਿਨ ਕਰੰਟ ਸੇਮ ਹੁੰਦਾ ਪੂਰੇ ਸਰਕਟ ਦੇ ਅੰਦਰ। ਤਾਂ ਜਿਹੜਾ ਕਰੰਟ ਫੀਲਡ ਵਾਈਂਡਿੰਗ ਦਾ ਹੋਏਗਾ ਉਹੀ ਆਰਮੇਚਰ ਦਾ ਹੋਏਗਾ, ਔਰ ਉਹੀ ਸਾਡਾ ਜਿਹੜਾ ਕਰੰਟ ਸਾਡੀ लो वोल्ट कोयल चो लंघेगा। तो जिस टाइम साडा लोड करंट घटेगा तो मोटर जे डेंजरस स्पीड पकड़ती है तो उस टाइम साडी नो वोल्ट कोयल का भी करंट घटेगा। तो उस टाइम नो वोल्ट कोयल जो करंट घटिया नाल दी नाल साडी जिहड़ी नो वोल्ट कोयल है वो हैंडल नूं छड्ड देगी, हैंडल नूं ऑफ पोजीशन ते स्प्रिंग ले आएगा तो मोटर साडी की है डेंजरस स्पीड पकड़न तो बच जाएगी। तो सेम उस तरह ओवरलोड ने कम करना है रिले ने कि जिस टाइम साडा करंट ज़्यादा फ्लो होंदा है, ठीक है, उस टाइम की है ओवरलोड कम करती है, ओवरलोड ने लीवर नूं अपने वाल खिंचना तो पॉइंट नूं शॉर्ट कर देना, नो वोल्ट कोयल दे ते हैंडल फिर ऑफ पोजीशन पे आ जाएगा। तो इस जिहड़ा साडा चैप्टर सीगा टॉपिक सीगा डीसी मोटर पार्ट 2 ਉਹਦੇ ਵਿੱਚ ਅਸੀਂ ਸਟਾਰਟਰ पढ़े सी कि मोटर की स्टार्टिंग किस तरह से करनी है, जिस दे विच 3 पॉइंट स्टार्टर 4 पॉइंट स्टार्टर और 2 पॉइंट स्टार्टर असीं कीते। इहदे विच जिहड़ा ध्यान रखण वाली गल स्टार्टिंग टाइम हैगी आ कि असीं जिहड़ा हैंडल नूं बड़ी तेजी नाल नहीं लैके जाना ऑन पोजीशन वाल,
ऑन पोजीशन वाल बड़ी तेजी नाल नहीं लेके जाना, हौली हौली असी स्टैप बाय स्टैप लेके जाना। पहला स्टैप ते असी थोड़ा जिवें 2-4 सैकेंड असी देने हैं कि मोटर जिहड़ा आर्मेचर घूमना शुरू हो जाए। जदों आर्मेचर रोटेट होना शुरू होएगा तो ਉਹਦੇ ਵਿੱਚ ਜਿਹੜੀ बैक EMF इंड्यूस होएगी और जिवें जिवें असी स्टैप अगे लेके जावांगे मोटर की स्पीड पकड़ती जाएगी और बैक EMF जनरेट होनी शुरू हो जाएगी तो मोटर साडी स्मूथली चलती रहेगी। जेकर ਅਸੀਂ ਉਸ ਨੂੰ ਬੜੀ ਤੇਜ਼ੀ ਨਾਲ ਲੈ ਕੇ ਜਾਂਦੇ ਹਾਂ ਸਟਾਰਟਿੰਗ ਜਿਹੜਾ ਹੈਂਡਲ ਨੂੰ ਆਫ ਪੋਜੀਸ਼ਨ ਤੋਂ ਔਨ ਲਿਜਾਣ ਦੇ ਵਿੱਚ ਅਸੀਂ ਕੁਝ ਸੈਕਿੰਡ ਹੀ ਲੈਣੇ ਬੜੀ ਤੇਜ਼ੀ ਨਾਲ ਲੈ ਕੇ ਜਾਂਦੇ ਆ ਤਾਂ ਬੈਕ EMF ਜਨਰੇਟ ਨਹੀਂ ਹੋਣੀ। ਮੋਟਰ ਦੀ ਰੈਜ਼ਿਸਟੈਂਸ ਆਰਮੇਚਰ ਦੀ ਰੈਜ਼ਿਸਟੈਂਸ ਲੋ ਹੈਗੀ ਆ ਫੀਲਡ ਵਾਈਂਡਿੰਗ ਦੇ ਕੰਪੈਰੀਟਿਵਲੀ ਤਾਂ ਉਹ ਕੀ ਹੈ ਜ਼ਿਆਦਾ ਕਰੰਟ ਲਏਗਾ। ਮੋਟਰ ਦੇ ਜਿਹੜੇ ਜੇ ਅਸੀਂ ਅਰੇਂਜਮੈਂਟ ਕੀਤਾ ਹੋਇਆ DP ਸਵਿਚ ਲੱਗੀ ਹੈ ਫਿਊਜ਼ ਲੱਗਿਆ ਫਿਊਜ਼ ਸਾਡੇ ਬਲੋ ਹੋ ਸਕਦੇ ਆ ਉੱਡ ਜਾਂਦੇ ਆ ਔਰ ਜੇਕਰ ਕੋਈ ਹੋਰ ਫਾਲਟ ਆ ਤਾਂ ਜੇ ਅਸੀਂ ਫਿਊਜ਼ ਵਗੈਰਾ ਪ੍ਰੋਪਰ ਢੰਗ ਨਾਲ ਨਹੀਂ ਲੱਗੇ ਹੋਏ ਤਾਂ ਸਾਡੀ ਮੋਟਰ ਦਾ ਜਿਹੜਾ ਆਰਮੇਚਰ ਹੈ ਉਹ ਜਲ ਸਕਦਾ ਸੜ ਸਕਦਾ ਔਰ ਉਹਦੇ ਬ੍ਰਸ਼ਿਸ ਸੜ ਸਕਦੇ ਆਰਮੇਚਰ ਸੜ ਸਕਦਾ। ਤਾਂ ਇਹ ਸੇਫਟੀ ਵਜੋਂ ਜਦੋਂ ਅਸੀਂ ਸਟਾਰਟ ਕਰਨਾ ਮੋਟਰ ਨੂੰ ਉਸ ਟਾਈਮ ਅਸੀਂ ਆਫ ਪੋਜੀਸ਼ਨ ਤੋਂ ਪਹਿਲੇ ਸਟੱਡ ਤੇ ਅਸੀਂ ਬਹੁਤ ਹੌਲੀ ਲੈ ਕੇ ਜਾਣਾ ਬਹੁਤ ਹੌਲੀ ਲੈ ਕੇ ਜਾਣਾ। ਜੇ ਤੇਜ਼ੀ ਨਾਲ ਵੀ ਲਿਜਾਵਾਂਗੇ ਸਪਾਰਕਿੰਗ ਹੋਏਗੀ ਸਟੱਡ ਖਰਾਬ ਹੋ ਜਾਣਗੇ ਤਾਂ ਉਸ ਟਾਈਮ ਅਸੀਂ ਸਟੈਪ ਬਾਈ ਸਟੈਪ ਹੌਲੀ ਹੌਲੀ ਲੈ ਕੇ ਔਨ ਪੋਜੀਸ਼ਨ ਤੇ ਲਿਜਾਣਾ ਤਾਂ ਉਸ ਟਾਈਮ ਜਿਹੜੀ ਹੈਂਡਲ ਨੂੰ ਜਿਹੜਾ ਉਹ ਕੈਚ ਕਰ ਲੇਗੀ ਪਕੜ ਲੇਗੀ ਤੇ ਮੋਟਰ ਸਾਡੀ ਸਮੂਥਲੀ ਚੱਲਦੀ ਰਹੇਗੀ। ਇਹਦੇ ਵਿੱਚ ਥੋੜਾ ਜਿਹਾ ਸਾਡੀ ਮੇਨਟੇਨੈਂਸ ਆਉਂਦੀ ਹੈਗੀ ਆ ਕਿ ਜਦੋਂ ਅਸੀਂ ਬਾਰ-ਬਾਰ ਇਹਨੂੰ ਔਨ ਕਰਦੇ ਆ ਜਾਂ ਇਹ ਆਫ ਹੁੰਦੀ ਆ ਤਾਂ ਜਿਹੜੇ ਸਟੱਡ ਦੇ ਉੱਪਰ ਹੈਂਡਲ ਸਾਡਾ ਟੱਚ ਕਰਦਾ ਜਿਸ ਟਾਈਮ ਟੱਚ ਕਰਦਾ ਹੈਗਾ ਤਾਂ ਉਹਦੇ ਉੱਪਰ ਜਦੋਂ ਇੱਕ ਸਟੱਡ ਤੋਂ ਸੈਕਿੰਡ ਸਟੱਡ ਤੇ ਜਾਂਦੀ ਆ ਰੈਜ਼ਿਸਟੈਂਸ ਘਟਦੀ ਆ ਤਾਂ ਉਸ ਟਾਈਮ ਸਪਾਰਕਿੰਗ ਹੁੰਦੀ ਹੈ। ਕਈ ਵਾਰ ਪ੍ਰੋਪਰ ਟੱਚ ਨਹੀਂ ਕਰਦਾ ਜਾਂ ਅਸੀਂ ਲੂਜ਼ ਰੱਖਦੇ ਹਾਂ ਹੈਂਡਲ ਨੂੰ ਅੱਗੇ ਘੁਮਾਉਣ ਟਾਈਮ ਤਾਂ ਉਸ ਟਾਈਮ ਸਾਡੇ ਕੀ ਹੈ ਸਪਾਰਕਿੰਗ ਹੁੰਦੀ ਹੈ ਤਾਂ ਜਿਹੜੇ ਸਟੱਡ ਥੋੜੇ ਖਰਾਬ ਹੋ ਜਾਂਦੇ ਆ। ਤਾਂ ਸਾਨੂੰ ਕੁਝ ਸਮੇਂ ਬਾਅਦ ਜਿਹੜਾ ਹੈਗਾ ਜਿਹੜਾ ਥੋੜਾ ਰਫ ਐਮਰੀ ਪੇਪਰ ਹੈ ਜਿਹੜਾ ਰੇਗਮਾਰ ਅਸੀਂ ਕਹਿ ਦਿੰਦੇ ਹਾਂ ਉਹਦੇ ਨਾਲ ਜਿਹੜੇ ਇਹਦੇ ਸਟੱਡ ਹੈਗੇ ਆ ਹੈਂਡਲ ਦਾ ਜਿਹੜਾ ਕੰਟੈਕਟ ਪੁਆਇੰਟ ਹੈ ਉਹਨੂੰ ਸਾਫ਼ ਕਰਦੇ ਰਹਿਣਾ ਚਾਹੀਦਾ ਤਾਂ ਕਿ ਸਾਡੇ ਮੋਟਰ ਵਧੀਆ ਢੰਗ ਨਾਲ ਚੱਲਦੀ ਰਹੇ। ਸੋ ਇਹ ਸਾਡਾ DC ਮੋਟਰ ਪਾਰਟ 2 ਦਾ ਜਿਹੜਾ ਟੌਪਿਕ ਸੀਗਾ ਸਟਾਰਟਰ ਦੇ ਬਾਰੇ। ਇਸ ਦੇ ਰਿਗਾਰਡਿੰਗ ਕੋਈ क्वेश्चन पूछना चाहना? हेलो सर। जी हेलो। ट्रिप और स्टार्टर में जी सॉरी कन्नಡ ತಿಳಿದೈತ್ರಿ? जी बोलिए। ತ್ರೀ ಪಾಯಿಂಟ್ ಸ್ಟಾರ್ಟರ್ ನಲ್ಲಿ ಲಾಸ್ಟಿಗೆ ಹಾಕಿರ್ತಾರಲ್ಲ ಅದು ಕಾಯಿಲ್ ಏನ್ ಕೆಲಸ ಮಾಡ್ತೈತ್ರಿ ಅದು ಕರೆಕ್ಟ್ ಆಗಿ? एक्चुअली मैं आपकी लैंग्वेज नहीं समझ पाया, आप हिंदी में या? सॉरी सर, ना सर कहते मैं मेरे सर को पूछता हूँ। जी ओके। so anyone और कोई क्वेश्चन? नो सर, थैंक यू। जी so thank you very much.